अस्सलाम वालेकुम जी नाज़रीन की हाल चाल है तमाम दोस्तों मैं ਤੁਹਾਡਾ ਸੱਜਣ ਤੇ ਮਿੱਤਰ ਅਰਬਾਜ਼ ਸਾਦੀ ਤੇ ਤੁਹਾਡਾ ਭਰਾ ਅੱਜ ਪਹੁੰਚ ਗਿਆ ਲੈਜੈਂਡਸ ਦੇ ਕੋਲ ਲੈਜੈਂਡਸ ਦੇ ਘਰ ਜਿਨ੍ਹਾਂ ਨੇ ਤਰੀਕ ਸਾਜ਼ ਪ੍ਰਵਾਜ਼ਾਂ ਦਿੱਤੀਆਂ ਨੇ ਜਿਨ੍ਹਾਂ ਦਾ ਨਾਂ ਹਿਸਟਰੀ ਦੇ ਵਿੱਚ ਲਿਖਿਆ ਗਿਆ ਸੁਨਹਿਰੇ ਹਰੂਫ ਨਾਲ ਉਸਤਾਦ ਚੌਧਰੀ ਆਸਮ ਸਟੀਲ ਮਿਲ ਵਾਲੇ ਔਰ ਇਹਨਾਂ ਦੇ ਵਾਲਿਦ ਸਾਹਿਬ ਐਸੀ ਹਿਸਟੋਰੀਕਲ ਕਬੂਤਰਬਾਜ਼ੀ ਕਰਕੇ ਗਏ ਨੇ ਸਪੈਸ਼ਲੀ ਜੇਡ ਦੀ ਮੈਂ ਕਹਿੰਦਾ ਕਿ ਅੱਜ ਤੱਕ ਇਹੋ ਜੀ ਪੋਸੀਬਿਲਿਟੀ ਜਾਂ ਇਹੋ ਜੀ ਬਾਜ਼ੀਆਂ ਕਿਸੇ ਨੇ ਨਹੀਂ ਉਡਾਈਆਂ। ਇੱਕ ਬਾਜ਼ੀਆਂ ਉੱਡੀਆਂ ਪਿਪਲਾਂ ਜਾ ਕੇ ਪੂਰੀ ਹਿਸਟਰੀ ਅਸੀਂ ਅਗਰ ਚੁੱਕ ਕੇ ਵੇਖੀਏ ਲਾਹੌਰ ਤੇ ਪਿਪਲਾਂ ਦੀ ਕਬੂਤਰਬਾਜ਼ੀ ਦੀ ਤੇ ਮੇਰੇ ਹਿਸਾਬ ਨਾਲ ਜੇਡ ਦੇ ਵਿੱਚ ਉਹਨਾਂ ਨੂੰ ਕੋਈ ਨਹੀਂ ਜਿੱਤਿਆ ਪਿਪਲਾਂ ਜਾ ਕੇ ਸਪੈਸ਼ਲੀ। ਉਸਤਾਦ ਚੌਧਰੀ ਆਸ਼ਕ ਸਟੀਲ ਮਿਲ ਵਾਲੇ ਇੱਕ ਐਸੇ ਉਸਤਾਦ ਹੋਏ ਨੇ ਜਿਹੜੇ ਕਿ ਉਸਤਾਦ ਕਮਰ ਜ਼ਮਾਨ ਖਾਨ ਸਾਹਿਬ ਦੇ ਉਸਤਾਦ ਹੋਏ ਨੇ, ਉਹਨਾਂ ਦੇ ਸ਼ਾਗਿਰਦ ਸੀ। ਔਰ ਪਿਪਲਾਂ ਜਾ ਕੇ ਅਗਰ ਪਿਪਲਾਂ ਨੂੰ ਕਿਸੇ ਨੇ ਜਿੱਤਿਆ, ਕਿਸੇ ਨੇ ਉੱਥੇ ਸ਼ਾਮਾਂ ਪਵਾਈਆਂ, ਕਿਸੇ ਨੇ ਉੱਥੇ ਰਿਕਾਰਡ ਬਣਾਏ ਨੇ ਤੇ ਉਸਤਾਦ ਆਸ਼ਕ ਸਾਹਿਬ ਸੀ ਮਿਲ ਵਾਲੇ। ਕੀ ਹਿਸਟੋਰੀਕਲ ਕਬੂਤਰਬਾਜ਼ੀ ਕਰ ਗਏ ਨੇ ਔਰ ਅੱਗੋਂ ਉਹਨਾਂ ਦੀ ਲੈਗੇਸੀ ਨੂੰ ਕੰਟੀਨਿਊ ਕੀਤਾ ਹੋਇਆ ਉਸਤਾਦ ਚੌਧਰੀ ਆਸਮ ਸਾਹਿਬ ਨੇ। ਹੁਣ ਤੇ ਵਫਾਤ ਪਾ ਗਏ ਨੇ, ਅੱਲਾਹ ਪਾਕ ਗਰੀਕੇ ਰਹਿਮਤ ਕਰੇ, ਸਾਡੀ ਦੁਆ ਹੈ। ਤੇ ਉਹਨਾਂ ਦੀ ਲੈਗੇਸੀ ਨੂੰ ਕੰਟੀਨਿਊ ਇਹਨਾਂ ਨੇ ਕੀਤਾ ਆ ਔਰ ਕੀ ਖੂਬਸੂਰਤ ਕਬੂਤਰਬਾਜ਼ੀ ਆ ਵੀ ਕਰ ਰਹੇ ਨੇ। ਇਹਨਾਂ ਦੀ ਪਾਰਟੀ ਬਹੁਤ ਵਸੀਹ ਹੈ ਲੇਕਿਨ ਲਾਹੌਰ ਦੇ ਵਿੱਚ ਨਹੀਂ। ਮੈਂ ਇਹਨਾਂ ਦੇ ਮੂੰਹ ਤੇ ਕਹਾਂਗਾ ਲਾਹੌਰ ਦੇ ਵਿੱਚ ਇਹਨਾਂ ਚੁਣਿੰਦਾ ਇੱਕ ਦੋ ਸ਼ਾਗਿਰਦ ਹੋਣਗੇ ਲੇਕਿਨ ਪਿਪਲਾਂ ਇਸਲਾਮਾਬਾਦ ਬੰਨੂ ਇੱਧਰ ਉੱਧਰ ਪੰਜਾਬ ਭਰ 'ਚ ਇਹਨਾਂ ਦੀ ਬਹੁਤ ਮਤਲਬ ਕਿ ਡਿਮਾਂਡ ਹੈਗੀ ਔਰ ਬੜੀ ਅੱਛੀ ਪਰਫਾਰਮੈਂਸ ਹੈਗੀ ਹਰ ਜਗ੍ਹਾ ਤੇ ਤਕਰੀਬਨ ਇਹਨਾਂ ਦੇ ਸ਼ਾਗਿਰਦ ਹੈਗੇ ਨੇ। ਇਹਨਾਂ ਦੀ ਪਾਰਟੀ ਫੈਲੀ ਹੋਈ ਹੈ ਪੰਜਾਬ ਦੇ ਗਿਰਦੋ ਨਵਾਜ਼ ਦੇ ਵਿੱਚ ਔਰ ਇਹਨਾਂ ਨੇ ਬਜ਼ਾਤੇ ਖੁਦ ਵੀ ਬੜੇ ਵੱਡੇ ਰਿਕਾਰਡ ਬਣਾਏ। ਬਹਿਰੀਨ ਇਹਨਾਂ ਨੇ ਕਬੂਤਰ ਉਡਾਏ ਔਰ 14 ਸਾਲ ਚੈਂਪੀਅਨ ਹੋਏ ਨੇ ਬਹਿਰੀਨ 14 ਦਫਾ ਉਹੀ 14 ਸਾਲ ਗਲਤੀ ਨਾਲ ਨਿਕਲ ਗਿਆ 14 ਦਫਾ ਬਹਿਰੀਨ ਤੇ ਬਜ਼ਾਤੇ ਖੁਦ ਚੈਂਪੀਅਨ ਹੋਏ ਨੇ। ਉਸ ਤੋਂ ਇਲਾਵਾ ਇਹਨਾਂ ਨੇ ਦੂਸਰਿਆਂ ਵੀ ਕਿਸੇ ਭਰਾ ਦੇ ਕਬੂਤਰ ਉਡਾਏ ਨੇ ਤੇ ਉਹ ਵੀ ਚੈਂਪੀਅਨ ਹੋਏ ਨੇ। ਬੜਾ ਵੱਡਾ ਇਹਨਾਂ ਕੋਲ ਫਨ ਹੈਗਾ ਔਰ ਪੁਰਾਣਾ ਚੱਲਿਆ ਆ ਰਿਹਾ ਵਾਲਦ ਤੋਂ। ਬੜਾ ਸੋਹਣਾ ਇਹਨਾਂ ਦਾ ਹੱਥ ਹੈਗਾ, ਬੜੀ ਐਡਵਾਂਸ ਕਬੂਤਰਬਾਜ਼ੀ ਇਸ ਘਰ ਦੇ ਵਿੱਚ ਹੈਗੀ ਹੈ। ਤੇ ਇਹਨਾਂ ਦੀ ਪਾਰਟੀ ਦੇ ਬਾਰੇ ਇਹਨਾਂ ਨੂੰ ਪੁੱਛਾਂਗੇ, ਬੜੇ ਹੀ ਅਮੇਜ਼ਿੰਗ ਸਵਾਲ ਕਰਾਂਗੇ। ਔਰ ਮੇਰੀ ਉਸਤਾਦ ਨਾਲ ਪਹਿਲਾਂ ਹੀ ਗੁਫ਼ਤਗੂ ਹੋ ਗਈ ਕਿ ਉਸਤਾਦ ਜੀ ਅੱਜ ਤੁਹਾਡੇ ਕੋਲ ਅਸੀਂ ਇਲਮ ਲੈਣਾ ਹੀ ਲੈਣਾ ਤੇ ਉਸਤਾਦ ਹੋਰੀ ਵੀ ਇਸ ਚੀਜ਼ ਲਈ ਐਗਰੀ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਤੇ ਬੜਾ ਇੱਕ ਮਜ਼ੇਦਾਰ ਇੰਟਰਵਿਊ ਹੋਏਗਾ। ਪਿਪਲਾਂ ਦੀ ਤਾਰੀਖ ਪੁੱਛਾਂਗੇ, ਉਹਨਾਂ ਦੇ ਕਬੂਤਰਬਾਜ਼ੀ ਪੁੱਛਾਂਗੇ, ਕਿਸ ਤਰ੍ਹਾਂ ਉਹਨਾਂ ਦੇ ਕਬੂਤਰ ਬਣੇ। ਫਿਰ ਉਸਤਾਦ ਜਿਹੜੇ ਉਸਤਾਦ ਆਸ਼ਕ ਮਿਲ ਵਾਲੇ ਸੀ ਉਹਨਾਂ ਦੀ ਕਿਸ ਤਰ੍ਹਾਂ ਮੁਲਾਕਾਤ ਹੋਈ ਕਮਰ ਜ਼ਮਾਨ ਖਾਨ ਸਾਹਿਬ ਨਾਲ। ਉਹ ਅੱਜ ਵੀ ਇਹੀ ਦੱਸਦੇ ਨੇ। ਕਮਰ ਜ਼ਮਾਨ ਖਾਨ ਸਾਹਿਬ ਸਾਡੇ ਬੜੇ ਮੁਹਤਰਮ ਨੇ, ਬੜੇ ਅੱਛੇ ਉਸਤਾਦ ਨੇ ਕਿ ਮੈਂ ਲੋਰੀਆਂ ਦਾ ਸ਼ਾਗਿਰਦ ਹਾਂ ਔਰ ਉਹਨਾਂ ਨੇ ਸਾਰਾ ਕੁਝ ਸਿੱਖਿਆ ਵੀ ਲੋਰੀ ਉਸਤਾਦਾਂ ਕੋਲੋਂ, ਉਸਤਾਦ ਆਸ਼ਕ ਕੋਲੋਂ ਹੀ। ਤੇ ਇੱਕ ਬੜੀ ਕਮਾਲ ਦੀ ਸਟੋਰੀ ਇਹਨਾਂ ਕੋਲ, ਲਾਈਫ ਦੀ ਸਟੋਰੀ, ਤੇ ਅੱਜ ਸੁਣਾਂਗੇ ਤੇ ਤੁਹਾਨੂੰ ਬੜਾ ਮਜ਼ਾ ਆਏਗਾ ਇੰਸ਼ਾਅੱਲਾ। ਚਲਿए ਉਸਤਾਦ ਨਾਲ ਤੱਕ ਗੁਫ਼ਤਗੂ ਆਗਾਜ਼ ਕਰੀ। अस्सलाम वालेकुम उस्ताद जी। वालेकुम सलाम। ਕੀ ਹਾਲ ਚਾਲ ਹੈ ਸਾਥ? अल्लाह दा शुक्र। ਅੱਜ ਫਿਰ ਵੇਖ ਲਓ ਮੁਲਾਕਾਤ ਹੋਏਗੀ जी ਬੜੀ ਦੇਰ ਤੋਂ। ਮੈਂ ਤੇ ਉਸਤਾਦ ਇਨ ਟੱਚ ਹੈਗੇ ਸੀ ਫੋਨ ਦੇ ਉੱਤੇ ਹੀ ऐसे ਤੇ ਅੱਜ ਫਿਰ ਅੱਲਾ ਨੇ ਕਰਮ ਕੀਤਾ ਸਾਨੂੰ ਮਿਲਾ ਦਿੱਤਾ। बिल्कुल हैं जी। ਤੇ ਪਹਿਲੇ ਤਾਂ ਮੈਨੂੰ ਲੱਗਾ ਮੈਂ ਥੋੜਾ ਮਿਸਗਾਈਡ ਹੋ ਗਿਆ। हाँ ਫਿਰ ਮੈਂ ਜਦੋਂ ਸ਼ਕਲ ਵੇਖੀ ਮੈਂ ਕਿਹਾ ਓਹੋ, ਮੈਂ ਇਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਆਪਣੇ ਨੰਬਰ ਤੋਂ ਨਹੀਂ, ਹਾਲਾਂਕਿ ਇਹਨਾਂ ਦਾ ਆਪਣਾ ਹੀ ਨੰਬਰ ਸੀ। ਸਾਜੀ ਕੀ ਹਿਸਟਰੀ ਉਸਤਾਦ ਆਸ਼ਕ ਸਟੀਲ ਮਿਲ ਵਾਲੇ ਦੀ? ਉਹਨਾਂ ਨੇ ਕੋ 35-40 ਸਾਲ ਲਾਹੌਰ ਦੇ ਵਿੱਚ ਕਬੂਤਰਬਾਜ਼ੀ ਕੀਤੀ ਜੇਠ ਦੀ। ਹਾਂ, ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਤਾਰਫ ਕਰਾਵਾਂ ਉਸਤਾਦ ਚੌਧਰੀ ਆਸ਼ਕ ਮਿਲ ਵਾਲੇ। ਇਹ ਨਾਲ ਜਿਹੜੀ ਕੋਠੀ ਹੈ ਇਹ ਮੇਰੇ ਚਾਚੇ ਦੀ। ਇੱਥੇ ਸਾਡੀ ਸਟੀਲ ਮਿਲ ਸੀ ਆਪਣੀ, 100-150 ਬੰਦਾ ਸੀ। ਸਰੀਆ ਵੀ ਬਣਾਉਂਦੇ ਸਾਂ, ਐਂਗਲ ਵੀ, ਤੇ ਸਾਰਾ ਕੁਝ ਬਣਦਾ ਸੀ ਆਪਣੀ ਮਿਲ। ਇੱਥੇ ਸਾਡੀ ਛੱਤ ਸੀ ਉੱਤੇ, ਇੱਥੇ ਕਬੂਤਰ ਰੱਖੇ ਹੁੰਦੇ ਸੀ। 35-40 ਸਾਲ ਉਹਨਾਂ ਨੇ ਜੇਠ ਦੀ ਕਬੂਤਰਬਾਜ਼ੀ ਕੀਤੀ ਔਰ ਲਾਹੌਰ ਦੇ ਜਿਹੜੇ ਉਸ ਟਾਈਮ ਦੇ ਸਭ ਤੋਂ ਅੱਛੇ ਖਿਲਾੜੀ ਸਨ ਉਹਨਾਂ ਨਾਲ ਸ਼ੌਕ ਹੁੰਦਾ ਸੀ। ਪਾਰਟੀ ਉਸ ਟਾਈਮ ਇਹਨਾਂ ਦੀ ਬਹੁਤ ਸ਼ਮਸ ਪਾਰਟੀ ਸੀ। ਠੀਕ ਹੈ,
ਸਾਦਕ ਟੋਕੇ ਵਾਲੇ, ਮਹਿਰਾਂ ਨਾਲ, ਇਹਨਾਂ ਨਾਲ ਅੱਛੇ ਘਰਾਣੇ ਜਿੰਨੇ ਉਸ ਟਾਈਮ ਜਿਹੜੇ ਸਨ, ਫਰੂਕ ਮਿੱਲ ਵਾਲੇ, ਇਹਨਾਂ ਸਾਰਿਆਂ ਦੇ ਨਾਲ ਉਹਨਾਂ ਦੇ ਮੁਕਾਬਲੇ ਹੁੰਦੇ ਸਨ ਔਰ ਬੜੇ ਜ਼ਬਰਦਸਤ ਮੁਕਾਬਲੇ, ਡਾਢੇ ਮੁਕਾਬਲੇ ਹੁੰਦੇ। ਹਾਂਜੀ, ਵਾਲਦ ਸਾਹਿਬ ਦੇ ਸ਼ੁਰੂ ਤੋਂ ਹੀ ਪੈਸਾ ਖੁੱਲਾ ਸੀ। ਦਾਣੇ ਪਾਣੀ ਦਾ ਜਿਹੜਾ ਸੀ ਨਾ ਇਹਨਾਂ ਕੋ, ਉਹ ਐਸਾ ਸੀ, ਮੈਂ ਤੁਹਾਨੂੰ ਦੱਸਾਂ ਕਿ ਜੇ ਇਹਨਾਂ ਨੇ ਕਸਤੂਰੀ ਖਰੀਦੀ ਹੈ ਤੇ ਨਾਫਾ ਆਪਣੇ ਹੱਥੀ ਖੋਲਦੇ ਹੁੰਦੇ ਸਨ। ਜੇ ਇਹਨਾਂ ਨੂੰ ਸੋਨੇ ਦੇ ਵਰਕ ਦੀ ਲੋੜ ਪਈ ਹੈ ਤੇ ਬਿਸਕੁਟ ਆਪਣੇ ਸਾਹਮਣੇ ਸੁਨਿਆਰੇ ਕੋ ਬਹਿ ਕੇ ਕਟਾਉਂਦੇ ਹੁੰਦੇ ਸਨ। ਵਾਹ 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 ਵਾਹ। ਜੇ ਇਹਨਾਂ ਨੂੰ ਅਰਕਾਂ ਦੀ ਲੋੜ ਪਈ ਹੈ ਤਾਂ ਹਕੀਮ ਘਰ ਆ ਕੇ ਤੇ ਉੱਥੇ ਭੱਠੀ ਲਾ ਕੇ ਅਰਕ ਸਾਹਮਣੇ ਕਢਵਾਉਂਦੇ ਹੁੰਦੇ ਸਨ। ਯਾਨੀ ਕਿ ਸੁਚਲ ਕਬੂਤਰਬਾਜ਼ੀ ਉਸ ਜ਼ਮਾਨੇ ਦੀ। ਮੈਡੀਸਨ 5%, 95% ਇਹਨਾਂ ਦਾ ਦੇਸੀ ਕਬੂਤਰਬਾਜ਼ੀ ਸੀ। ਅੱਛਾ, ਮੈਡੀਸਨ ਹੈ ਸੀ ਉਹਨੇ ਦਾਣੇ ਪਾਣੀ 5% ਛੁਆਣੀ ਹੈ ਬਸ 95% ਦੇਸੀ। ਔਰ ਉਹ ਕਬੂਤਰਬਾਜ਼ੀ ਉਸ ਟਾਈਮ ਵੀ ਕਬੂਤਰ 4-4 ਰੁਪਏ 5-5 ਰੁਪਏ ਬਹਿੰਦੇ ਹੁੰਦੇ ਸਨ ਸਸਤੇ ਸਮੇਂ 'ਚ। ਉਸ ਸਮੇਂ ਦੇ ਵਿੱਚ ਉਸ ਟਾਈਮ ਗਰਮੀ ਅੱਜ ਦੇ ਨਾਲੋਂ ਡਬਲ ਸੀ। 88, 80, 90 ਦੇ ਵਿੱਚ ਗਰਮੀ ਬਹੁਤ ਜ਼ਿਆਦਾ ਸੀ। ਇਹ ਹੁਣ ਉਹ ਗਰਮੀ ਨਹੀਂ ਜਿਹੜੀਆਂ ਉਸ ਸਾਲ ਪੈਂਦੀਆਂ ਹੁੰਦੀਆਂ ਸੀ, ਤੇ ਉਦੋਂ ਕਬੂਤਰ ਵੀ ਸ਼ਾਮ ਨੂੰ ਬਹਿੰਦੇ ਸੀ। ਮੁਖਤਸਰ ਗੱਲ ਹੈ, ਇਹਨਾਂ ਨੇ ਬੜੇ ਮੁਕਾਬਲੇ ਕੀਤੇ ਨੇ ਔਰ ਇਹਨਾਂ ਦਾ ਬਕੌਲ ਮੈਂ ਵਾਲਦ ਸਾਹਿਬ ਨੂੰ ਪੁੱਛਿਆ, ਸਭ ਤੋਂ ਬੈਸਟ ਹਰੀਫ ਸਾਦਕ ਟੋਕੇ ਵਾਲਾ ਸੀ। ਕੀ ਬਾਤ ਹੈ। ਤੇ ਸਾਦਕ ਟੋਕੇ ਵਾਲਾ ਵਾਹਦ ਐਸਾ ਉਸਤਾਦ ਸੀ ਕਿ ਜਿਹੜਾ ਸਾਰਿਆਂ ਨੂੰ ਨਾ ਜਿੱਤ ਕੇ ਤੇ ਲਾਈਨ ਮਾਰ ਦਿੰਦਾ ਹੁੰਦਾ ਸੀ। ਤੇ ਵਾਹਦ ਸਾਡੀ ਛੱਤ ਐਸੀ ਸੀ ਜਿਹੜੀ ਸਾਦਕ ਟੋਕੇ ਵਾਲੇ ਨੂੰ ਜ਼ਿਆਦਾ ਜਿੱਤਦੀ ਹੁੰਦੀ ਸੀ। ਵਾਹ ਵਾਹ ਵਾਹ। ਬਿਆਨੇ ਬਾਜ਼ੀਆਂ ਦੇ ਉਸ ਟਾਈਮ ਹੁੰਦੇ ਸੀ ਕਿ ਜਦੋਂ ਬਾਜ਼ੀ ਲੱਗਦੀ ਸੀ ਬਿਆਨਾ ਦੇਣ ਜਾਈਦਾ ਸੀ ਅਗਲੇ ਦੇ ਘਰ। ਤੇ ਇੱਕ ਟਾਈਮ ਆ ਗਿਆ ਸੀ ਸਾਦਕ ਸਾਹਿਬ ਸਾਡੇ ਜਿਹੜੇ ਨਾ ਬਿਆਨੇ ਨਹੀਂ ਸੀ ਫੜਦੇ ਹੁੰਦੇ। ਓਏ ਹੋਏ ਹੋਏ। ਮੁਹੱਬਤ ਅੱਬੂ ਦਾ ਹੁੰਦਾ ਸੀ ਜੰਗੀਰ, ਉਹਨੂੰ ਭੇਜਦੇ ਹੁੰਦੇ ਸੀ। ਤੇ ਅੱਲਾ ਉਹਨਾਂ ਨੂੰ ਵੀ ਨਸੀਬ ਕਰੇ ਸਾਦਕ ਟੋਕੇ ਵਾਲੇ ਸਾਹਿਬ ਨੂੰ। ਉਹ ਕਹਿੰਦੇ ਨਸੀਬ ਨੂੰ ਨਾ ਭੇਜਿਆ ਕਰੋ, ਬੜਾ ਬਦਤਮੀਜ਼ ਉੱਥੇ ਬੰਦਿਆਂ ਦੇ ਸਾਹਮਣੇ ਵਿੱਚ ਬਹਿ ਕੇ ਮੈਨੂੰ ਜਿਹੜਾ ਨਾ ਗੱਲਾਂ ਕਰਦਾ ਕਿ ਸਾਡਾ ਬਿਆਨਾ ਕਿਉਂ ਨਹੀਂ ਫੜਦਾ, ਸਾਡੇ ਤੇ ਕੱਬ ਬਕਾਇਦੇ ਆਜ਼ਮ ਨਹੀਂ ਬਣਿਆ ਨੋਟਾਂ ਤੇ ਓਏ, ਤੇ ਇਹਨੂੰ ਨਾ ਭੇਜੋ। ਖੈਰ ਅੱਛੇ ਲੈਜੈਂਡ ਉਸਤਾਦ ਸਨ ਉਹ ਵੀ, ਬੜੇ ਉਹਨਾਂ ਨਾਲ ਮੁਕਾਬਲੇ ਹੋਰ ਮਹਿਰਾਂ ਨਾਲ ਹੋਏ। 3-3 ਸਾਲ ਵਿੱਚ ਐਸੇ ਛੱਤਾਂ ਨੇ ਜਿਹਨੇ ਦਾਦੇ ਪੜਦਾਦੇ ਉਸਤਾਦ ਵੀ ਰਲ ਕੇ ਆਏ, ਕੋਟ ਖਾ ਕੇ ਗਏ। ਫਿਰ 3 ਸਾਲ ਬਾਅਦ ਛੱਤ ਬਣਾਈ ਸਾਂਝੀ ਭਗਵਾਨਪੁਰੇ। ਉਹ ਸਮਝ ਜਾਣਗੇ ਜਿਹਨੂੰ ਕਹਿ ਰਹੇ हैं, ਦਾਦੇ ਪੜਦਾਦੇ ਉਸਤਾਦਾਂ ਨੇ ਮਿਲ ਕੇ। ਫਿਰ ਉਹਨਾਂ ਨੇ 3 ਸਾਲ ਬਾਅਦ ਕੋਟ ਲਗਾਤਾਰ ਖਾ ਲਿਆ। ਪਹਿਲੀ ਤੇ 4 ਦੀ ਫਾਰਗ। ਕਬੂਤਰ ਸਾਡੇ ਕੋਲ ਉਸ ਟਾਈਮ ਵਾਲਦ ਸਾਹਿਬ ਕੋਲ ਜ਼ਿਆਦਾ ਜਿਹੜੇ ਸਨ ਉਹ ਪਿਪਲਾਂ ਵਾਲੇ ਕਬੂਤਰ ਉੱਡਦੇ ਹੁੰਦੇ। ਅੱਛਾ, ਉਸ ਦੌਰ 'ਚ? ਉਸ ਦੌਰ ਦੇ ਵਿੱਚ ਅਮੀਰ ਆਜ਼ਮ ਖਾਨ ਦੇ ਘਰ ਦੇ ਅਮੀਰ ਆਜ਼ਮ ਖਾਨ ਕਮਰ ਜ਼ਮਾਨ ਖਾਨ ਦੇ ਵੱਡੇ ਭਾਈ ਨੇ। ਠੀਕ ਹੈ। ਸਾਡੇ ਕੋਲ ਭੂਸਲਾ ਕਬੂਤਰ, ਜ਼ੀਰਾ ਕਬੂਤਰ, ਕਾਲੇ ਪੱਲਿਆਂ ਵਾਲਾ ਕਬੂਤਰ 7-7 ਸਾਲ ਉੱਡੇ ਨੇ ਵਾਲਦ ਸਾਹਿਬ ਕੋ। ਜੇਠ ਲਾਲ ਮੱਥੇ ਵਾਲਾ ਔਰ 3-4 ਵਜੇ ਉਸ ਟਾਈਮ ਬਹਿੰਦੇ ਹੁੰਦੇ ਸਨ। ਕਈ ਸਾਲ ਉੱਡੇ ਨੇ ਕਬੂਤਰ ਤੇ ਉਹਨਾਂ ਦਾ ਬੜਾ ਅਹਿਮ ਕਿਰਦਾਰ ਸੀ। ਹੁਣ ਉਹਨਾਂ ਦੀ ਪਿਪਲਾਂ ਵਾਲਿਆਂ ਦੇ ਨਾਲ ਅਮੀਰ ਆਜ਼ਮ ਖਾਨ ਦੇ ਨਾਲ ਮੁਲਾਕਾਤ ਜਿਹੜੀ ਹੋਈ ਏ, ਉਹ ਅੱਬੂ ਦੇ ਦੋਸਤ ਸਨ। ਫਲੈਟੀ ਹੋਟਲ ਦੇ ਕੋਲ ਸੀ ਛੀਦਾ ਕੁੱਤਿਆਂ ਵਾਲਾ। ਉਹਨਾਂ ਨੂੰ ਕੁੱਤਿਆਂ ਦਾ ਸ਼ੌਕ ਸੀ। 20-22 ਕੁੱਤੇ ਰੱਖੇ ਹੁੰਦੇ ਸੀ। ਬੋਲੀ ਲੜਾਣ, ਬੋਲੀ ਗਲਟੇਰ ਬੋਲੀ ਮਿਕਸ ਹੁੰਦੇ। ਬਈ ਭਲਵਾਨ ਦੇ ਨਾਲ ਵੀ ਉਹਨਾਂ ਦਾ ਤਾਲੁਕ ਸੀ। ਜੇ ਪਿੱਛੇ ਕਤਲ ਹੋਇਆ ਬਈ ਭਲਵਾਨ ਮੇਰੇ ਵਾਲਦ ਸਾਹਿਬ। ਨਹੀਂ ਬਈ ਭਲਵਾਨ ਨਹੀਂ ਕਤਲ ਹੋਇਆ। ਬਈ ਭਲਵਾਨ ਦਾ ਜਿਹੜਾ ਹੁਣ ਬੇਟਾ ਪਿੱਛੇ ਜਿਹਾ ਹੋਇਆ, ਬੇਟਾ ਨਹੀਂ ਹੋਇਆ ਮੇਰੇ ਖਿਆਲ ਨਾਲ। ਬਸ ਉਹਨਾਂ ਦੇ ਵਿੱਚ, ਉਹਨਾਂ ਦੀ ਫੈਮਿਲੀ ਚ ਵਾਲਿਆਂ ਦੇ ਵਿੱਚ। ਇਹਨਾਂ ਦੇ ਨਾਲ ਵੀ ਸਾਡਾ ਬੜਾ ਮਸਾਂਜ। ਮੈਂ ਆਪ ਉਹਨਾਂ ਦੇ ਗਿਆ ਹਾਂ। ਉਦੋਂ ਮੈਂ ਨਿੱਕਾ ਹੁੰਦਾ ਸੱਬੂ ਦੇ ਨਾਲ ਉਹਨਾਂ ਡੇਰੇ ਤੇ ਜਾਂਦਾ ਰਿਹਾ। ਤੇ ਖੈਰ ਇਹਨਾਂ ਦੇ ਤਾਲੁਕਾਤ ਕਿਤੇ ਇੱਕ ਜਗ੍ਹਾ ਤੇ ਕਿਤੇ ਇਕੱਠੇ ਹੋਏ ਨੇ ਤੇ ਕਬੂਤਰਾਂ ਦਾ ਜ਼ਿਕਰ ਛਿੜ ਗਿਆ। ਵਾਲਦ ਸਾਹਿਬ ਕਹਿੰਦੇ ਨੇ ਮੈਨੂੰ ਅਮੀਰ ਆਜ਼ਮ ਖਾਨ ਸਾਹਿਬ ਪੁੱਛਦੇ ਨੇ ਆਪਕੇ ਕਿਤਨੇ ਕਬੂतर उड़ते हैं। ਇਹਨਾਂ ਨੇ ਕਿਹਾ ਸਾਡੇ ਸ਼ਾਮ तक उड़ते हैं। तो कहते ऐसे कैसे हो सकता है, कबूतर शाम हमारे तो पिपला में 1-2 बजे बैठ जाते हैं कबूतर। वालद साहब कहते जेठ है 15 आ रहा तैयार ना शौक कर लेना। कहते जेठ 15 की बाजियां चो आ गया। देखिया कबूतर दफ्तर दे बैठे सी लाया, कबूतर उड्डे शाम तक कबूतर उड्डे। जितया मैं सारे लोग तकरीबन फड़ लिया। कहते फिर मैं 3 साल इन्होंने मैनू उत्थे दावत दी अमीर आजम खान साहब ने। उत्थे गए उस टाइम अकमल खान साहब के बड़े भाई अजमल खान जिंदा सी। इन्हां दे नाल बाजियां इन्हां दियां लगदियां सी। वालद साहब ने उत्थे कबूतर उड़ाए, कबूतर उत्थे शाम तक उड्डे। फिर इन्हां दे कज़र एक ताहर खान है, उहदी कोई कबूतर थोड़े खराब होए सन, उत्थे ठीक करके वो भी शाम तक बिठाए। ओहो ते मसलन वो 3 साल गए ने ते बहुत रिकॉर्ड परवाज़ा दित्तियां शाम दी। उस तो अगर यह कहा जाए कि तुहाडे वालद साहब ने पिपलां नूं एडवांस कीता
ਹਾਂ ਤੇ ਕਬੂਤਰ ਇਹ ਦਾਣੇ ਗੱਲ ਪਾਣੀ ਠੀਕ ਦੇ ਹੋਏਗੀ। ਮਾਮਲੇ ਦੇ ਵਿੱਚ ਉਹਨਾਂ ਨੇ ਜਿਹੜਾ ਨਾ ਕਬੂਤਰਾਂ ਕੋ ਸ਼ਾਮਾਂ ਪਵਾਈਆਂ, ਹੂੰ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਮੈਂ ਅੱਜ ਤੱਕ ਉਹਨਾਂ ਦੀਆਂ ਚੀਜ਼ਾਂ ਲੈ ਕੇ ਚੱਲਾਂ। ਬੇਸ਼ੱਕ ਦੁਨੀਆ ਦੀਆਂ ਬੜੀਆਂ ਪ੍ਰੋਡਕਟ ਆ ਗਈਆਂ ਨੇ ਬਾਹਰ ਦੀਆਂ, ਮੈਂ ਵੀ ਸਾਰੀਆਂ ਵਰਤਣਾ, ਕੋਈ ਕੰਪਨੀ ਐਸੀ ਜਿਹੜੀ ਮੈਂ ਟਰਾਈ ਨਹੀਂ ਕੀਤੀ, ਕਿਉਂਕਿ ਮੈਂ ਆਪ ਬਾਹਰ ਹੁੰਨਾ ਤੇ ਮੇਰਾ ਤੇ ਇਹ ਹੀ ਸ਼ੌਕ ਹੈ। ਹੂੰ ਲੇਕਿਨ ਜਿਹੜਾ ਦਾਣਾ ਪਾਣੀ, ਕਿਉਂਕਿ ਮੈਂ ਆਪ ਬਾਹਰ ਹੁੰਨਾ ਤੇ ਮੇਰਾ ਤੇ ਇਹ ਹੀ ਸ਼ੌਕ ਹੈ। ਹੂੰ ਲੇਕਿਨ ਜਿਹੜਾ ਦਾਣਾ ਪਾਣੀ ਉਹਨਾਂ ਦਾ ਹੈ ਉਹ ਸਦਾ ਬਹਾਰ ਹੈ, ਅੱਜ ਵੀ ਉਹ ਤੇ ਕੱਲ ਜੇਠ ਜਿੱਥੇ ਪੈਣਾ ਉਹਨਾਂ ਦਾ ਦਾਣਾ ਪਾਣੀ। ਅੱਛਾ, ਫਿਰ ਉੱਥੇ ਉਹਨਾਂ ਨੇ 3 ਸਾਲ ਕਬੂਤਰ ਉਡਾਏ, ਖੈਰ ਬੜੇ ਅੱਛੇ ਕਬੂਤਰ ਉੱਡੇ ਸ਼ਾਮਾਂ ਤੱਕ। ਉਸ ਤੋਂ ਬਾਅਦ ਫਿਰ ਆਪਣਾ ਸਾਡੇ ਤਾਲੁਕਾ ਜ਼ਿਆਦਾ ਹੋ ਗਿਆ, ਕਮਰ ਜ਼ਮਾਨ ਖਾਨ ਸਾਹਿਬ ਸ਼ਾਗਿਰਦ ਹੋਏ ਤੇ ਫਿਰ ਉਹਨਾਂ ਦੇ ਉਡਾਉਂਦੇ ਰਹੇ। ਫਿਰ ਮੀਰ ਮੇਰਾ ਆਜ਼ਮ ਖਾਨ ਚਾਚਾ ਹੀ ਸੀ ਵੀ ਸ਼ਾਗਿਰਦ ਹੋਏ? ਨਹੀਂ, ਕਮਰ ਜ਼ਮਾਨ ਖਾਨ ਹੂੰ ਸ਼ਾਗਿਰਦ ਹੋਏ। ਫਿਰ ਉਸ ਤੋਂ ਬਾਅਦ ਮੇਰਾ ਚਾਚਾ ਵੀ ਗਿਆ ਉੱਥੇ, ਉਡਾ ਕੇ ਆਏ। ਮਤਲਬ ਅੱਛੀ ਕਬੂਤਰਬਾਜ਼ੀ ਕੀਤੀ, ਲਾਹੌਰ 'ਚ ਬੜੀ ਕਬੂਤਰਬਾਜ਼ੀ ਕੀਤੀ। ਸਾਡੇ ਤੇ ਆਇਆ ਕਲੈਸ਼ 98 ਦੇ ਵਿੱਚ। ਉਹਨਾਂ ਦੇ ਨਾਲ? ਨਹੀਂ, ਉਹਨਾਂ ਨਾਲ ਨਹੀਂ, ਸਾਡੇ ਆਪਣੇ ਤੇ ਜਿਹੜਾ ਮਿਲ ਵਾਲਾ ਕਲੈਸ਼ ਆਇਆ। ਅੱਛਾ। ਸਾਡੀ ਫੈਕਟਰੀ ਹੋ ਗਈ 98 'ਚ ਬੰਦ, ਨਵਾਜ਼ ਸ਼ਰੀਫ ਦੀ ਨਵੀਂ ਨਵੀਂ ਹਕੂਮਤ ਆਈ ਸੀ, ਸਾਡੀ ਫੈਕਟਰੀ ਦਾ ਟੁੱਟ ਗਿਆ ਵੀਲ। ਅੱਜ ਤੋਂ 26 ਸਾਲ ਪਹਿਲੇ। 26 ਸਾਲ ਪਹਿਲੇ ਵੀਲ ਟੁੱਟ ਗਿਆ, ਮੈਨੂੰ ਅੱਜ ਵੀ ਯਾਦ ਹੈ। ਉਹ ਜੇ ਰੂਲੇ ਸਾਰੇ ਘੁਮਾਉਂਦਾ ਹੁੰਦਾ ਸੀ, ਉਹ ਵੀਲ ਲੱਖਾਂ ਟਨ ਵਜ਼ਨੀ ਹੁੰਦਾ ਸੀ, ਉਹ ਟੁੱਟਾ। ਮੈਨੂੰ ਅੱਜ ਵੀ ਯਾਦ ਹੈ, ਮੈਂ ਨਾਲ ਕਮਰੇ ਵਿੱਚ ਏਸੀ ਸੁੱਤਾ ਸੀ, ਦੁਪਹਿਰ 2 ਵਜੇ ਦਾ ਟਾਈਮ ਸੀ, ਇੰਜ ਜਿਵੇਂ ਜ਼ਲਜ਼ਲਾ ਆ ਗਿਆ। ਉਹਨੇ ਸਾਰੀ ਮਿਲ ਪੁੱਟ ਦਿੱਤੀ ਤੇ ਉਹਦੇ 2 ਪੀਸ ਉੱਡ ਕੇ ਗਏ। ਇੱਕ ਇੱਕ ਨਾਲ ਪਰਾਂ 1000 ਫੁੱਟ ਦੂਰ ਕੋਠੀ, ਉਹਦੇ 'ਚ ਜਾ ਕੇ ਡਿੱਗਾ, ਇੱਕ ਲੱਭਾ ਹੀ ਨਹੀਂ ਕਿੱਥੇ ਗਿਆ, ਹਜ਼ਾਰਾਂ ਟਨ। ਉਹ ਬੜਾ ਵੱਡਾ ਸਾਨੂੰ ਜਿਹੜਾ ਨਾ ਕਲੈਸ਼ ਨੁਕਸਾਨ ਹੋ ਗਿਆ, ਬਹੁਤ ਲੱਖਾਂ ਕਰੋੜਾਂ ਦਾ ਲੋਸ ਹੋ ਗਿਆ। ਫਿਰ ਨਵੇਂ ਸਿਰੋਂ ਮਿਲ ਲਾਉਣੀ ਪਈ ਕਿ ਉਹ ਸਾਰੀ ਪੁੱਟੀ ਗਈ। 2 ਭੱਠੀਆਂ ਸਨ, ਖਰਾਦ ਇੱਥੇ ਪਿੱਛੇ ਆਪਣੇ ਸਨ। ਉਸ ਤੋਂ ਬਾਅਦ ਲਾਈ, ਲੇਕਿਨ ਉਹ ਚੱਲੀ ਨਾ, ਮਸਲੋਂ ਨਹੀਂ ਹੋਇਆ। ਉੱਥੋਂ ਆ ਕੇ ਸਾਡੀ ਮਿਲ ਹੋ ਗਈ ਬੰਦ। ਫਿਰ ਅਸੀਂ ਕੀ ਕੀਤਾ ਜੀ, ਫਾਰਮ ਇੱਕ ਇੱਥੇ ਪਾ ਲਿਆ, ਪਰਾਂ ਜ਼ਮੀਨ ਲਈ, ਉੱਥੇ ਮੱਝਾਂ 20-25 ਮੱਝਾਂ ਰੱਖ ਲਈਆਂ, ਬੰਦੇ ਰੱਖ ਲੈ। ਅਮੀਰ ਆਜ਼ਮ ਖਾਨ ਹੋਰੀ ਆਏ ਘਰ, ਇਹਨਾਂ ਨੇ ਕਿਹਾ ਉਸਤਾਦ ਜੀ ਮੇਰਾ ਇੱਕ ਦੋਸਤ ਹੈ ਸ਼ੇਖ ਸਲਮਾਨ ਬਿਨ ਮੁਬਾਰਕ ਅਲ ਖਲੀਫਾ, ਜਿਹੜਾ ਬਹਿਰੀਨ ਦੇ ਕਿੰਗ ਦਾ ਕਜ਼ਨ ਹੈ, ਉਹਦੇ ਕਬੂਤਰ ਉਸਤਾਦ ਜੀ ਉਡਾ ਰਹੇ ਨੇ ਤੇ ਬਹੁਤ ਸ਼ੌਕੀਨ ਬੰਦਾ ਹੈ। ਖੈਰ ਅਬੂ ਇੱਕ ਹਫ਼ਤੇ ਵਾਸਤੇ ਚਲੇ ਗਏ ਉੱਥੇ, ਬਹਿਰੀਨ ਚ ਗਏ ਸੀ? ਬਹਿਰੀਨ ਗਏ 99 ਚ, ਇੱਕ ਹਫ਼ਤੇ ਵਾਸਤੇ ਵਿਜ਼ਿਟ ਤੇ ਗਏ। ਇਹਨਾਂ ਨੇ ਜਾ ਕੇ ਕਬੂਤਰ ਉੱਥੇ ਉਡਾਏ। ਉੱਥੇ ਪਹਿਲੇ ਕਾਫੀ, ਉੱਥੇ ਅੱਜ ਤੱਕ 2.5 ਤੋਂ ਉੱਤੇ ਕਬੂਤਰ ਨਹੀਂ ਸੀ ਗਿਆ ਅਸੂ ਵਿੱਚ। ਇਹ 20-25 ਸਾਲ ਪਹਿਲਾਂ ਦੀ ਗੱਲ ਹੈ। ਉਸ ਦਿਨ ਕਬੂਤਰ ਜਿੱਦਣ ਇਹਨਾਂ ਨੇ ਉਡਾਏ 5:30 ਵਜੇ ਤੱਕ ਬੈਠਾ, ਤੇ ਆਖਰੀ ਕਬੂਤਰ ਵੀ ਫੈਸਿਲਿਟੀ 5:30 ਅਮੀਰ ਆਜ਼ਮ ਖਾਨ ਦੇ ਘਰ ਦਾ ਭੇਜਿਆ। ਅਮੀਰ ਆਜ਼ਮ ਖਾਨ ਨੇ ਸ਼ੇਖ ਨੂੰ ਬਹੁਤ ਕਬੂਤਰ ਦਿੱਤੇ, ਹਜ਼ਾਰਾਂ ਦੀ ਤਾਦਾਦ ਨਾਲ, ਸਲੇਟੇ, ਭੂਸਲੇ, ਬੇਬਾਕ ਕਬੂਤਰ ਭੇਜੇ ਉੱਥੇ, ਅੱਛੇ ਕਬੂਤਰ। ਉਸ ਤੋਂ ਬਾਅਦ ਸ਼ੇਖ ਨੇ ਰਿਕੁਐਸਟ ਕੀਤੀ ਕਿ ਉਸਤਾਦ ਇੱਥੇ ਜਿਹੜਾ ਨਾ ਸਾਡੇ ਮੁਕਾਬਲੇ ਬਹੁਤ ਜ਼ਿਆਦਾ ਨੇ, ਤੇ ਤੁਸੀਂ ਇੰਜ ਕਰੋ ਆਪਣੇ ਬੇਟੇ ਨੂੰ ਭੇਜੋ। ਮੈਂ ਉਸ ਟਾਈਮ MAO ਕਾਲਜ ਲਾਹੌਰ 'ਚ ਸਾਂ, ਪੜ੍ਹਦੇ ਸੀ? ਪੜ੍ਹਦਾ ਪਿਆ ਸਾਂ। ਮੈਨੂੰ ਵਾਲਦ ਸਾਹਿਬ ਨੇ ਕਿਹਾ ਯਾਰ ਇੰਜ ਕਰ, ਤੂੰ ਸਿਰਫ ਕਬੂਤਰ ਡਾਉਣੇ ਨੇ, ਤੇਰਾ ਕੰਮ ਹੈ, ਮੈਂ ਤੈਨੂੰ ਦੱਸਾਂਗਾ, ਤੂੰ ਉਡਾਈ ਜਾਣਾ, ਤੇਰਾ ਕੰਮ ਹੈ ਉਡਾਈ। ਜਦ ਬੰਦੇ ਉੱਥੇ ਉਹਨੂੰ ਉਂਝ ਨੌਕਰ ਰੱਖੇ ਨੇ, ਉਹਨੇ ਬੇਬਾ, ਉਹਨਾਂ ਨੇ ਆਪੇ ਹੀ ਦਾਣਾ ਪਾਣੀ ਸਾਰਾ ਕਰ ਦਿੱਤਾ, ਤੇਰਾ ਕੰਮ ਉੱਤੇ ਬਹਿ ਕੇ ਉਹਨੂੰ ਹੈਂਡਲ ਕਰਵਾਉਣਾ। ਉਦੋਂ ਤੁਹਾਨੂੰ ਸੈਂਸ ਹੈਗੀ ਸੀ ਕਬੂਤਰਬਾਜ਼ੀ? ਮੈਨੂੰ ਪਤਾ ਹੀ ਨਹੀਂ, ਮੈਂ ਕਬੂਤਰ ਫੜਨਾ ਨਹੀਂ ਸੀ ਆਉਂਦਾ। ਅੱਛਾ। ਨਾ ਮੈਨੂੰ ਸ਼ੌਕ। ਮੈਨੂੰ ਚਾਚਾ ਮੇਰਾ ਸੀ ਸੁੱਚੇ ਮੋਤੀ ਰਗੜਦਾ ਹੁੰਦਾ ਸੀ, ਤੇ ਮੈਨੂੰ ਉਹਨਾਂ ਨੇ ਫੜਾ ਦੇਣਾ, ਲੈ ਪੁੱਤਰ ਰਗੜ, ਤੇ ਮੈਂ ਤੰਗ ਆ ਜਾਣਾ। ਮੈਂ ਅਖੀਰ ਜੇ ਰਹਿਣਾ ਰਾਤ ਨੂੰ ਕਿਹਾ ਮੇਰੇ ਕੋਲ ਨਹੀਂ ਰਗੜੇ ਜਾਂਦੇ, ਪਤਾ ਨਹੀਂ ਕੀ ਤੁਸੀਂ ਥੱਕਦੇ ਹੀ ਨਹੀਂ ਜੇ ਨਾ ਤੁਹਾਡੇ ਬਣਦੇ ਨੇ। ਬੱਚਾ ਹੁੰਨਾ ਸਾਂ ਉਦੋਂ, ਮੈਨੂੰ ਹਲਕੀਆਂ ਹਲਕੀਆਂ ਮੁੱਛਾਂ ਆਈਆਂ ਸਾਂ। ਮੇਰਾ ਖਿਆਲ ਜਦੋਂ ਤੁਸੀਂ ਬਹਿਰੀਨ ਗਏ? 19 ਸਾਲ ਦਾ ਸਾਂ ਮੈਂ। ਖੈਰ ਮੈਂ ਚਲਾ ਗਿਆ ਬਹਿਰੀਨ। ਉੱਥੇ ਜਾ ਕੇ ਮੈਂ ਹੁਣ ਕਬੂਤਰ ਵੇਖੇ, ਨਾ ਮੈਨੂੰ ਕੋਈ ਨਸਲ ਪਤਾ, ਨਾ ਕੋਈ ਲੈਣੀ ਦੇਣੀ। ਉਹਨਾਂ ਨੇ ਮੈਨੂੰ ਦੱਸਿਆ ਇੰਨੇ ਵਜੇ ਦਾਣਾ ਪਾਉਣਾ, ਠੀਕ ਹੈ, ਇੰਨੇ ਇੰਜ ਫਿਰਤਾ ਮਰਵਾ, ਇਹ ਪਾਣੀ ਇੰਨੇ ਵਜੇ ਲਾਣਾ, ਇਹ ਰਾਤੀ ਇਹ ਨੁਸਖਾ ਬਣਾ ਕੇ ਲਾਉਣਾ। ਤੁਸੀਂ ਯਕੀਨ ਕਰੋ ਉਸ ਟਾਈਮ ਜੇਠ ਦੀ ਜਿਹੜੀ ਗਰਮੀ ਸੀ ਨਾ ਗਲਫ ਦੀ, ਅੱਜ ਨਾਲੋਂ ਸਵੇਰ 8 ਵਜੇ ਉੱਥੇ ਹੁੰਦੀ ਖਜੂਰਾਂ ਸਨ, ਹੋਰ ਕੋਈ ਦਰਖਤ ਹੁੰਦਾ ਹੀ ਨਹੀਂ ਸੀ। 8 ਵਜੇ ਨਾਲ ਅਸੀਂ ਕੱਪੜੇ ਇੰਜ ਨਿਚੋੜੀਏ ਨਾ, ਤੇ ਪਾਣੀ ਇੰਜ ਸੀ ਜਿਵੇਂ ਨਹਾ ਕੇ ਨਿਕਲੇ ਆ, ਇੰਨੀ ਗਰਮੀ ਹੁੰਦੀ ਸੀ। ਜਿਹੜਾ 10 ਵਜੇ ਕਬੂਤਰ ਬਹਿੰਦਾ ਸੀ, ਕਿਸੇ ਕਿਸੇ ਦਾ ਬਹਾਦਰ ਹੁੰਦਾ ਸੀ। ਉਸ ਟਾਈਮ ਵੀ ਸਾਡੇ ਕਬੂਤਰ 1-1, 2-2 ਵਜੇ ਤੱਕ ਬੈਠੇ। ਮੈਂ 3 ਸਾਲ ਸ਼ੇਖ ਦੇ ਕਬੂਤਰ ਉਡਾਏ।
ਰੇ 3 ਸਾਲ ਉੱਥੇ ਕੀ ਆ ਗਏ ਸੀ? ਉੱਥੇ ਹੀ ਰਿਹਾ ਨਹੀਂ, ਵਿੱਚ ਮੈਂ ਆਉਂਦਾ ਰਿਹਾ, ਮੈਂ ਤੇ 18ਵੇਂ ਦਿਨ ਆ ਗਿਆ ਸਾਂ। ਅੱਛਾ। ਚੱਕਰ ਮੈਂ ਲਾਉਂਦਾ ਰਹਿਣਾ ਸਾਂ ਕਿਉਂਕਿ ਖਾਣ ਪੀਣ ਗਿੱਝੇ ਸਾਂ, ਤੇ ਚੱਕਰ ਮੈਂ ਬੜੇ ਲਾਏ। ਜਦੋਂ ਦਿਲ ਕੀਤਾ ਆ ਗਿਆ। ਸ਼ੇਖ ਵੀ ਪੈਸੇ ਵਾਲਾ ਬੰਦਾ, ਟਿਕਟ ਦਾ ਕਿਹੜਾ ਰੋਲਾ ਸੀ, ਇੱਕ ਕਾਲ ਕਰਦਾ ਸੀ ਹਰ ਸ਼ਹਿਰ। ਲਓ ਜੀ 3 ਸਾਲ 'ਚ 14 ਦਫਾ ਕੱਪ ਜਿੱਤੇ ਬਹਿਰੀਨ 'ਚ ਬਹਿਰੀਨ 'ਚ ਲਗਾਤਾਰ। ਠੀਕ ਹੈ, ਲੋਕੀ ਪਹਿਲੇ ਨੰਬਰ ਨੂੰ ਭੁੱਲ ਗਏ ਹਨ, ਦੂਜੇ ਵਾਸਤੇ ਖੇਡਦੇ ਹੁਣ ਕਹਿੰਦੇ ਪਹਿਲੇ ਨੰਬਰ ਹੀ ਤੁਹਾਡਾ ਹੈ। ਵਾਹ 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 ਵਾਹ। ਇੰਨੇ ਕੁ ਚੰਗੇ ਕਬੂਤਰ ਬਣਾ ਤੇ ਮੈਂ 150 ਕਬੂਤਰ ਇੱਥੋਂ ਲੈ ਕੇ ਗਿਆ। 150 ਕਬੂਤਰ ਜਿਹੜਾ ਚੰਗਾ ਸੀ ਆਪਣੇ ਵਾਲਦ ਸਾਹਿਬ ਦਾ, ਜਿਹੜੇ ਇੱਥੇ ਉੜਦੇ ਸੀ। ਮਿਲ ਬੰਦ ਹੋ ਗਈ, ਇਹਨਾਂ ਨੇ ਕਬੂਤਰਬਾਈ ਉਦੋਂ ਆ ਕੇ ਛੱਡੀ। ਉਹ ਕਬੂਤਰ ਮੈਂ ਲੈ ਗਿਆ ਸ਼ੇਖ ਸਾਹਿਬ ਕੋਲ। ਵਿੱਚ ਕੋਈ ਪਿਪਲਾਂ ਵਾਲੇ ਸੀ, ਕੋਈ ਆਪਣੇ ਸੀ, ਕੋਈ ਵਿੱਚ ਟੈਡੀ ਗੋਲਡਨ ਆਪਣੇ। ਟੈਡੀ ਗੋਲਡਨ ਉਦੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ। ਅੱਛਾ। 98 ਵਿੱਚ ਕਿਸੇ ਨੂੰ ਨਹੀਂ ਪਤਾ ਟੈਡੀ ਕਿਹੋ ਜਿਹਾ ਹੁੰਦਾ ਤੇ ਗੋਲਡਨ ਕਿਹੋ ਜਿਹਾ ਹੁੰਦਾ। ਅੱਛਾ। ਕਿਸੇ ਨੂੰ ਨਹੀਂ ਪਤਾ, ਨਾ ਉੱਥੇ ਗਲਫ 'ਚ ਕਿਸੇ ਨੂੰ ਪਤਾ ਸੀ। ਜੇ ਉਹਨਾਂ ਨੂੰ ਹੀ ਪਤਾ ਹੋਏਗਾ ਚੋਈ ਸਖੀ ਹੋਰਾਂ ਨੂੰ, ਹੋਰ ਕਿਸੇ ਨੂੰ ਨਹੀਂ ਪਤਾ। ਲਾਹੌਰ ਦੇ ਵਿੱਚ ਇੱਕ ਬੰਦਾ ਹੁੰਦਾ ਸੀ ਸਦੀਕ ਕਲੀਨਾ ਵਾਲਾ, ਪਤਾ ਨਹੀਂ ਹੁਣ ਜ਼ਿੰਦਾ ਕਿ ਨਾ ਸੁਣਿਆ ਮੈਂ। ਮਰ ਗਿਆ ਕਿ ਜ਼ਿੰਦਾ ਮੈਨੂੰ ਨਹੀਂ ਪਤਾ। ਉਸ ਟਾਈਮ ਬਜ਼ੁਰਗ ਸੀ। ਉਹਦੇ ਕੋਲੋਂ ਮੈਂ 2 ਜੋੜੇ ਉਸ ਟਾਈਮ ਖਰੀਦੇ ਸੀ 2-2000 ਰੁਪਏ ਦੇ। ਉਹ ਚੋਈ ਸਹੀ ਕੋ ਖਰੀਦ ਕੇ ਲਿਆ ਸੀ, ਤੇ ਮਹਿੰਗੇ ਖਰੀਦ ਕੇ ਲਿਆਉਂਦਾ ਸੀ ਤੇ ਕੋ ਵੇਚਦਾ ਬੜੇ ਮਹਿੰਗੇ ਸੀ। ਅੱਛਾ। ਇੱਕ ਜੌਂਸਰਾ ਸੀ ਜੋੜਾ, ਇੱਕ ਗੂੜਾ ਸੀ। ਉਹ ਜਿਹੜਾ ਗੂੜਾ ਸੀ ਉਹ ਫਿੱਕੇ ਕੱਢਦਾ ਸੀ, ਤੇ ਜਿਹੜਾ ਫਿੱਕਾ ਸੀ ਉਹ ਗੂੜਾ ਹੀ ਕੱਢ। ਲੇਕਿਨ ਉੱਥੇ ਉਹ 10 ਵਜੇ ਤੋਂ ਉੱਤੇ ਨਹੀਂ ਗਿਆ। ਅੱਛਾ। 5 ਘੰਟੇ ਤੋਂ ਉੱਤੇ ਨਹੀਂ ਗਿਆ। ਇਹ ਕਬੂਤਰ ਮੈਂ ਮੋਹਰਾ ਲਵਾਉਂਦਾ ਰਿਹਾ, ਉਹ ਕੱਪਾਂ 'ਚ ਡਾਇਆ ਵਾਹ ਕੱਪਾਂ 'ਚ। ਮਸਲਨ ਅੱਗੇ ਪਿੱਛੋਂ 4 ਘੰਟੇ ਪਾਣੀ ਦਿੰਦਾ ਸੀ, ਜਿੱਦਾਂ ਨੂੰ ਦਾਣਾ ਪਾਣੀ ਕਰ ਦੇਣਾ ਕੋਈ 2-3 ਘੰਟੇ ਵਧਾ ਜਾਂਦਾ। 7-8 ਘੰਟੇ ਚੱਲਿਆ। ਆਹੋ, ਮੈਂ ਐਵਰੇਜ ਕਰ ਜਾਂਦਾ ਸੀ ਆਪਣੀ, ਤੇ ਉੱਥੇ ਕਿੱਥੇ 7-8 ਘੰਟੇ ਕਿਸੇ ਦਿਨ ਨਹੀਂ ਸੀ ਹੁੰਦੇ। ਖੈਰ ਉਹ ਬੜੇ ਜਿੱਤੇ, ਬੜੇ ਕਬੂਤਰ ਉੱਡੇ। ਫਿਰ ਪਹਿਲਾ ਗਲਫ ਕੱਪ ਹੋਇਆ ਬਹਿਰੀਨ ਤੋਂ ਬਾਹਰ 4 ਮੁਲਕਾਂ ਦਾ, ਜਿਹੜਾ ਹੁਣ ਹੈ ਗਲਫ ਕੱਪ ਹੁੰਦਾ। ਉਸਤਾਦ ਬਖੀਤ ਹੁਰਾਂ ਨੇ ਕਰਵਾਇਆ। ਉਹ ਅੱਲਾ ਕੀਤਾ, ਅੱਲਾ ਪਾਕ ਨੇ ਸਾਨੂੰ ਇੱਜ਼ਤ ਦੇ ਦਿੱਤੀ। ਇਹ ਕਿਹੜੇ ਸਾਲ ਦੀ ਗੱਲ ਹੈ? 2000 ਦੀ ਹੋਏਗੀ, 2000-2001 ਦੇ ਵਿੱਚ। ਅੱਜ ਤੋਂ 24 ਸਾਲ 23 ਸਾਲ ਪਹਿਲਾਂ ਦੀ ਗੱਲ। ਪਹਿਲਾ ਕੱਪ ਜਿਹੜਾ ਉੱਡਿਆ ਮੈਨੂੰ ਅੱਜ ਵੀ ਯਾਦ ਹੈ ਸਾਰਾ। ਹਲਾਕੂ ਕਬੂਤਰ 12:30 ਵਜੇ ਪਹਿਲਾ ਕਬੂਤਰ ਬੈਠਾ ਸੀ। ਆਖਰੀ ਮਾਦੀ ਬੈਠੀ ਸੀ ਗੋਜਰਾ 5-5:30 ਵਜੇ। ਗੋਜਰਾ ਮਾਦੀ ਸੀ ਪ੍ਰੋਫੈਸਰ ਤਜੰਬਲ ਦੇ ਘਰ, ਫੈਸਲਾਬਾਦ ਦੇ ਘਰ। ਮੇਰਾ ਚਾਚਾ, ਅੱਛਾ, ਉਸ ਦੇ ਘਰ ਦੀ ਮਾਦੀ ਸੀ, ਜਿਹਦੇ ਕਮਰ ਜ਼ਮਾਨ ਖਾਨ ਸਾਹਿਬ ਦਾ ਤੁਸੀਂ ਇੰਟਰਵਿਊ ਸੁਣਿਆ ਹੋਏਗਾ ਕਿ ਡੋਨਾ ਕਬੂਤਰ ਹਾਂ 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 ਉਹਨਾਂ ਦੇ ਘਰੋਂ ਆਇਆ। ਉਹ ਪ੍ਰੋਫੈਸਰ ਤਜੰਬਲ, ਉਹਨਾਂ ਦਾ ਬੇਟਾ ਔਰੰਗਜ਼ੇਬ ਕਾਲਾ, ਉਹ ਐਡਵੋਕੇਟ, ਉਹ ਸਾਡੇ ਘਰ ਉਹਨਾਂ ਨੇ ਤਾਲੀਮ ਮੁਕੰਮਲ ਕੀਤੀ ਹੈ। ਬਸ ਇੱਥੇ ਹੀ ਰਹੇ ਨੇ, ਲਾਹੌਰ HSN ਕਾਲਜ ਪੜ੍ਹ ਕੇ ਇੱਥੇ ਤਾਲੀਮ ਕੰਪਲੀਟ ਕਰਕੇ ਫਿਰ ਫੈਸਲਾਬਾਦ ਗਏ ਨੇ। ਤੇ ਸਾਡੇ ਤੇ ਆਪਣੇ ਰਿਲੇਸ਼ਨ ਸਨ ਬਹੁਤ ਜ਼ਿਆਦਾ ਘਰੇਲੂ। ਤੇ ਡੋਨਾ ਕਬੂਤਰ ਦੀ ਜਿਹੜੀ ਫੈਮਿਲੀ ਉੱਥੋਂ ਚੱਲੀ ਸੀ, ਤੇ ਉੱਥੋਂ ਹੀ ਮੈਂ ਗੋਜਰਾ ਕਬੂਤਰ ਉਹਨਾਂ ਨੇ ਦਿੱਤਾ ਸੀ ਵਾਲਿਦ ਸਾਹਿਬ ਨੂੰ। ਐਡਾ ਕਬੂਤਰ ਸੀ ਜਾਲਦਾਰ, ਨਿਕਾਇਆ ਲੱਖ ਦਾ। ਉਸ ਮਾਦੀ ਦੀ ਇਹ ਕੁਆਲਿਟੀ ਸੀ, ਜੇ ਹਫਤੇ 'ਚ ਇੱਕ ਦਫਾ ਡਾਉਨੇ ਸਾਡੇ ਘਰ ਬਹਿੰਦੀ ਸੀ। ਉਸ ਟਾਈਮ ਜੁਮੇ ਦੇ ਜੁਮੇ ਹੁੰਦੇ ਸੀ ਉੱਥੇ ਕੱਪ। ਜੇ ਜੁਮੇ ਨੂੰ ਡਾਈਏ ਤੇ ਸ਼ਾਮ ਨੂੰ ਬਹਿ ਗਈ ਹੈ, ਅਗਲੇ ਜੁਮੇ ਡਾਈ ਫਿਰ ਸ਼ਾਮ। ਜੇ ਵਿੱਚ ਇੱਕ ਵੀ ਫਿਰਤ ਦੇ ਦਿੱਤੀ ਹੈ, ਉਹ ਰਾਤ ਰਹਿ ਜਾਂਦੀ ਹੁੰਦੀ ਸੀ। ਇੰਨੀ ਪਰਵਾਹ ਦੀ ਮਾਦੀ ਸੀ। ਤੇ ਕਿਉਂ ਕਿਹੋ ਜੀ ਸੀ? ਜਾਲਦਾਰ, ਜਿਵੇਂ ਪੁਰਾਣੇ ਮਿੱਸੇ ਨਹੀਂ ਹੁੰਦੇ ਇੰਜ ਦੀ ਜਾਲਦਾਰ, ਚਿੱਟੇ ਬੰਦ ਸਭ, ਬਗਲਾਂ ਚਿੱਟੀਆਂ ਸਨ, ਸਫੈਦ ਅੱਖ, ਕਾਲੀ ਸਿਆਹ ਨੋਕ, ਛੋਟੀ ਨੋਕ। ਤੇ ਉਹ ਬੜਾ ਖੂਨ ਚੰਗਾ। ਇੱਕ ਹਲਾਕੂ ਬਲੱਡ ਮੈਂ ਲੈ ਕੇ ਗਿਆ, ਉਸ ਇੱਕ ਜੋੜੇ ਤੋਂ ਮੈਂ 50 ਜੋੜਾ ਉੱਥੇ ਬਣਾਇਆ ਹਲਾਕੂਆਂ ਦਾ। ਸ਼ੇਖ ਸਲਮਾਨ ਕੋ 50 ਹਰ ਕੱਪ ਬਾਜ਼ੀ ਚੋਂ ਹੀ ਆਉਂਦੇ ਸਨ। ਉਹ ਸਿਆਣੇ ਵੀ ਬੜੇ ਸਨ ਤੇ ਵਾਪਸੀ ਵੀ ਉਹਨਾਂ ਦੀ ਬੜੀ ਸੀ। ਉਹ ਨਾ ਜ਼ਾਇਆ ਹੁੰਦੇ ਸਨ ਤੇ ਉਹਨਾਂ ਨੇ ਬੜਾ ਨਾਂ ਕੱਢਿਆ। ਫਿਰ ਇੱਕ ਕਬੂਤਰ ਹੋਇਆ ਸ਼ੋਲਾ, ਅਮੀਰ ਆਜ਼ਮ ਖਾਨ ਦੇ ਘਰ ਦਾ। ਉਸ ਕਬੂਤਰ ਨੂੰ ਮੈਂ 27 ਸਟੈਂਪਾਂ ਲਵਾਈਆਂ ਨੇ 3 ਸਾਲ ਦੇ ਵਿੱਚ। 27 ਸਾਰੇ ਕੱਪਾਂ 'ਚ। ਤੇ ਬਾਜ਼ੀਆਂ ਵੀ ਜਿੰਨੀਆਂ ਉੱਥੇ ਉੱਡੀਆਂ, ਜਿਹੜਾ ਲਾਉਂਦਾ ਸੀ ਬਾਜ਼ੀਆਂ ਉੱਡੀਆਂ ਨੇ ਸਟੈਂਪਾਂ। ਜਿਸ ਕੱਪ 'ਚ ਉਹ ਬਾਜ਼ੀ ਚੁੱਡਿਆ, ਉਹ ਮੈਂ ਅੱਜ ਤੱਕ ਹਰਿਆ ਹੀ ਨਹੀਂ। ਜਿੱਥੇ ਉਹ ਹਲਾਕੂ ਉੱਡਿਆ, ਜਿੱਥੇ ਉਹ ਨਹੀਂ, ਸ਼ੋਲਾ ਜੌਂਸਰਾ ਕਬੂਤਰ ਸੀ, ਇੰਨਾ ਜਿਹਾ ਬਿਲਕੁਲ ਜੌਂਸਰਾ। ਅੱਛਾ, ਨਿੱਕੇ ਨਿੱਕੇ ਕਬੂਤਰ ਹੀ ਉੱਡਦੇ ਆ, ਦਰਮਿਆਨਾ ਕਬੂਤਰ ਸੀ ਉਹ, ਬੜਾ ਉੱਡਿਆ ਉੱਥੇ। ਫਿਰ ਇਹੋ ਜਿਹੇ ਵੀ ਇੱਕ ਦਫਾ ਮੇਰੇ ਨਾਲ ਇੰਜ ਵਾਕਿਆ ਹੋ ਗਿਆ, ਸਾਡੀ ਲੱਗ ਗਈ ਬਾਜ਼ੀ। ਉੱਥੋਂ ਦੇ ਬੜੇ ਅੱਛੇ ਉਸਤਾਦ ਨੇ, 3 ਕੁ ਛੱਤਾਂ ਦੇ ਨਾਲ ਲੱਗ ਗਈ ਬਾਜ਼ੀ। 7-7 ਪਾਬੰਦ ਕਬੂਤਰ 7 ਦਿਨ ਦੀ। ਅੱਛਾ। ਪਹਿਲੀ ਬਾਜ਼ੀ ਮੈਂ ਉਹਨਾਂ ਦੇ ਉੱਤੇ 35-35 40-40 ਘੰਟੇ ਚੜਾ ਦਿੱਤੇ। ਦੂਸਰੀ ਬਾਜ਼ੀ ਮਾਨੀ ਗੱਲ ਹੈ, ਮੇਰੇ 5 ਕਬੂਤਰ ਸਾਹਮਣੇ ਖਲੋ ਕੇ ਰਾਤ ਪਾਰ ਹੋ ਗਿਆ। ਜੇਠ ਦੀ ਗੱਲ ਮੈਂ ਤੁਹਾਨੂੰ ਦੱਸਦਾ। ਉੱਤੋਂ ਪਾਬੰਦ ਸੀ। ਪਾਬੰਦ। ਅਗਲੇ ਦਿਨ ਇੱਕ ਆਇਆ, 4 ਕੋਈ ਨਾ ਆਏ। ਮੇਰੇ ਕੋਲ ਟੋਟਲ 3 ਕਬੂਤਰ ਤੇ ਉਹਨਾਂ ਕੋਲ 7-7 ਕਬੂਤਰ। ਹਜੇ ਉਹ ਅੱਜ ਵੀ ਜ਼ਿੰਦਾ ਨੇ। ਉਹ ਮੇਰੇ ਉਹ 3 ਕਬੂਤਰਾਂ ਦੀ ਐਵਰੇਜ ਨਹੀਂ ਸੀ ਉਹ ਪੂਰੀ ਕਰ ਸਕੇ।
15-20 ਘੰਟੇ ਮੈਂ ਉਹਨਾਂ ਨਾਲ ਤਿੰਨਾਂ ਨਾਲ ਬਣਾ ਲੈਣਾ ਹਾਂ ਤੇ ਉਹਨਾਂ ਦੇ 7-7 20-20 ਘੰਟੇ ਮਸਾਂ ਪੜਦੇ ਆ। ਉਹ ਬਾਜ਼ੀ ਸਾਰਿਆਂ ਕੋਲ ਜਿੱਤ ਗਿਆ ਬੜੀ। ਫਿਰ ਬੱਚਿਆਂ ਦੀ ਬਾਜ਼ੀਆਂ ਉੱਥੇ ਉੱਡੀਆਂ, ਉਹ ਜਿੱਤੇ ਬੜੀਆਂ। ਇੱਕ ਦਫਾ ਐਸੀ ਬਾਜ਼ੀ ਹੋਈ ਏ ਬੱਚਿਆਂ ਦੀ, ਪਾਕਿਸਤਾਨੀ ਗਰਾਜ ਬੈਰੀਨ ਦਾ ਸਭ ਤੋਂ ਵੱਡਾ ਗਰਾਜ ਸੀ, ਬਸ਼ੀਰ ਬਹੁ ਬਸ਼ੀਰ ਦੇ ਨਾਂ ਤੋਂ ਉੱਡਦਾ ਸੀ, ਫੌਤ ਹੋ ਗਿਆ ਅੱਲਾ ਜਨ ਨਸੀਬ ਕਰੇ, ਸਿਆਲਕੋਟ ਦੇ। ਹਾਂ, ਸਭ ਤੋਂ ਪਹਿਲੀ ਛੱਤ ਪਾਕਿਸਤਾਨੀਆਂ ਦੀ ਬੈਰੀਨ ਦੇ ਵਿੱਚ, ਔਰ ਸਭ ਤੋਂ ਜ਼ਿਆਦਾ ਤਾਦਾਦ 'ਚ ਕਬੂਤਰ ਰੱਖਣ ਵਾਲੀ ਬਹੁ ਬਸ਼ੀਰ ਸੀ, ਹਜ਼ਾਰਾਂ ਦੀ ਤਾਦਾਦ 'ਚ। ਬੁੱਧ ਵਾਲੇ ਦਿਨ ਫਿਰ ਤੋਂ ਮਾਰੀ, ਮੇਰਾ ਇੱਕ ਬੱਚਾ ਬੈਠਾ 4 ਵਜੇ, ਬਾਕੀ ਸਾਰੇ ਬੱਚੇ ਰਾਤ ਪਾਰ। ਅਗਲੇ ਦਿਨ ਇੱਕ ਆਇਆ, ਉਹ ਵੀ ਉੱਡਣ ਜੋਗਾ ਕੋਈ ਨਹੀਂ ਸੀ, ਪਿੱਛੇ ਬੱਚਾ ਕੋਈ ਨਹੀਂ। 6 ਮਹੀਨੇ 3 ਮਹੀਨੇ ਦੇ ਜਿਹੜੇ ਪਹਿਲੇ ਬੱਚੇ ਨਹੀਂ ਉਡਾ ਕੇ ਰੋਕੇ ਹੁੰਦੇ, ਕੋਈ 4 ਪਰ, ਕੋਈ 5 ਪਰ, ਕੋਈ 6 ਪਰ, ਤੁਸੀਂ ਯਕੀਨ ਕਰੋ ਅੱਲਾ ਗਵਾਏ, ਉਹਨਾਂ ਨੂੰ ਜੁਮੇਰਾਤ ਨੂੰ ਸਵੇਰ ਨੂੰ ਕੱਢਣਾ ਸ਼ੁਰੂ ਕੀਤਾ, ਮਾਰ ਡੰਡੇ ਤੇ ਡੰਡਾ। ਡੰਡੇ ਜਿਹੜਾ ਵੇਖਿਆ ਨਾ ਸ਼ਾਮ ਤੱਕ ਥੋੜਾ ਉੱਠ ਕੇ ਅੱਧਾ ਘੰਟਾ ਫਿਰਨ ਲੱਗੇ, ਸਮਾਨ ਜਾਣ ਲੱਗੇ ਨੇ। ਉਹ ਬੱਚੇ ਸਿਲੈਕਟ ਕਰਕੇ ਬਾਜ਼ੀ 'ਚ ਉਡਾਏ। ਨੁਸਖਾ ਪਾਣੀ ਵਾਲਦ ਸਾਹਿਬ ਨੇ ਦੱਸਿਆ, ਉਹ ਲਾਇਆ। ਅਸੀਂ ਉਸ ਜ਼ਮਾਨੇ 'ਚ ਵੀ ਬੜਾ ਮਹਿੰਗਾ ਨੁਸਖਾ ਲਾਉਂਦੇ ਸੀ, ਬੰਦਾ ਸੋਚ ਵੀ ਨਹੀਂ ਸਕਦਾ। ਅੱਛਾ। ਇਹ ਪਾਪੜ ਮੰਡੀ ਤੋਂ ਉਸ ਟਾਈਮ 85,000 ਰੁਪਏ ਦਾ ਖਾਲੀ 1 ਗ੍ਰਾਮ ਹੀਰੇ ਦਾ ਕੁਸ਼ਤਾ ਸੀ। ਹੀਰੇ ਦਾ ਕੁਸ਼ਤਾ? ਹੀਰੇ ਦਾ ਕੁਸ਼ਤਾ 1 ਗ੍ਰਾਮ 85,000 ਰੁਪਏ ਦਾ ਉਸ ਟਾਈਮ। ਨਹੀਂ, ਹੀਰੇ ਦਾ ਕੁਸ਼ਤਾ ਤੇ ਜ਼ਹਿਰ ਨਹੀਂ ਹੋਏਗਾ? ਨਹੀਂ ਮਾਰਿਆ ਹੁੰਦਾ, ਕੁਸ਼ਤਾ ਕੋਈ ਵੀ ਹੋਵੇ ਮਾਰਿਆ ਹੁੰਦਾ। ਹਾਂ, ਹੀਰਾ ਤੇ ਜ਼ਹਿਰ ਹੈ। ਹਾਂ, ਲੇਕਿਨ ਉਹ ਕੁਸ਼ਤਾ ਸੀ। ਅੱਛਾ, ਉਹ ਉਹਨਾਂ ਨੇ ਮੁਫਰਿਆਂ 'ਚ ਲਵਾਉਂਦੇ ਹੁੰਦੇ ਸੀ। ਹੁਣ ਮੁਫਰੇ ਵੀ ਬੜੀਆਂ ਚੀਜ਼ਾਂ ਦੇ ਬਣਦੇ ਨੇ। ਖੈਰ, ਉਹ ਲਾਇਆ ਕਬੂਤਰਾਂ ਨੂੰ, ਬੱਚਿਆਂ ਨੂੰ। ਤੁਸੀਂ ਯਕੀਨ ਕਰੋ 2 ਬੱਚੇ ਰਹਿ ਗਏ, 1 ਟਾਵਰ, ਤੇ ਬਾਕੀ ਉੱਚੇ ਚਲੇ ਗਏ। ਉਹ ਜਿਹੜੇ ਕੁਸ਼ਤਾ ਜਾਤ ਜਿੰਨੇ ਨੇ ਇਹ ਗਰਮ ਹੁੰਦੇ ਨੇ? ਨਹੀਂ, ਤਾਕਤਵਰ ਹੁੰਦੇ ਨੇ। ਤਾਕਤਵਰ ਹੁੰਦੇ ਨੇ ਉਹ ਸਾਰੇ। ਹੁਣ ਚਾਂਦੀ ਦਾ ਕੁਸ਼ਤਾ ਠੰਡਾ ਹੈ, ਸੋਨੇ ਦਾ ਜਵਾਰ ਮੋਰਾ ਠੀਕ ਹੈ, ਮੋਤਦਲੇ। ਹਾਂ, ਇੰਜ ਹੋਰ ਜਿਹੜੇ ਨੇ ਬੜੇ ਕੁਸ਼ਤੇ ਨੇ, ਤਾਂਬੇ ਦਾ ਹੈ। ਯਾਰ ਹੈ ਵੈਸੇ ਹੀਰੇ ਦਾ ਕੁਸ਼ਤਾ ਪਹਿਲੀ ਦਫਾ ਹੀ ਮੈਂ ਸੁਣ ਰਿਹਾ। ਅਸੀਂ ਵਰਤਿਆ ਯਾਰ, ਆ ਵਰਤਿਆ, ਪੁੱਜਦਾ ਸੀ, ਹਰ ਸ਼ੈ ਪੁੱਜਦੀ ਸੀ ਉਸ ਟਾਈਮ। ਅੱਜ ਵੀ ਯੂਜ਼ ਕਰਦੇ? ਨਹੀਂ, ਹੁਣ ਨਹੀਂ ਮੈਂ ਕਰਦਾ। ਹੁਣ ਮੈਂ ਕਸਤੂਰੀ ਕਰਨਾ, ਜਿਹੜੀ ਮੇਰੇ ਅਫੋਰਡੇਬਲ ਹੈਗੀਆਂ ਚੀਜ਼ਾਂ, ਉਹ ਮੈਂ ਅੱਜ ਵੀ ਕਰਨਾ, ਮੈਂ ਉਹ ਹੀ ਕਰਨਾ। ਸੋਨੇ ਦੇ ਵਰਕ ਵੀ ਕਰਨਾ ਵਾ, ਹਰ ਸ਼ੈ ਕਰਨਾ। ਠੀਕ ਹੈ, ਆਪਣੀ ਤੁਸੀਂ ਕਹਾਣੀ ਕੰਟੀਨਿਊ ਰੱਖੋ। ਅੱਛਾ, ਉਹ ਬੱਚਿਆਂ ਦੇ ਮੁਖਤਸਰ ਗੱਲ ਇਹ ਕਿ ਸਾਡੇ ਅਸੀਂ ਬੱਚੇ ਆਰਾਮ ਦੇ ਨਾਲ ਹੀ, ਜਦੋਂ ਸਾਡੇ ਬੱਚਿਆਂ ਨੇ ਉਦੋਂ ਬੜੀ ਲੰਮੀ 5:30-6 ਵਜੇ ਤੱਕ ਪ੍ਰਵਾਜ਼ ਦੇ ਦਿੱਤੀ। ਉਹ ਜਿਹੜੇ 1 ਟਾਵਰ ਸਨ, ਉਹ ਵੀ 3-4 ਵਜੇ ਜਾ ਕੇ ਬੱਚੇ ਬੈਠੇ ਤੇ ਹੈਰਾਨ ਰਹਿ ਗਏ ਕਿ ਇਹ 1 ਦਿਨ ਦੇ ਵਿੱਚ ਕਿਵੇਂ ਤਿਆਰ ਹੋ ਗਿਆ ਬੱਚੇ। ਉਹ ਕੁਸ਼ਤੇ ਦਾ ਹੀ ਕਮਾਲ ਸੀ। ਉਹਦਾ ਹੀਰੇ ਦੇ ਕੁਸ਼ਤੇ ਦਾ ਕਮਾਲ ਸੀ, ਨਾਲ ਉਹਦੇ ਮੁਫਰਰਾ ਸੀ। ਮੁਫਰਰਾ ਕੀ ਚੀਜ਼ ਹੈ? ਮੁਫਰਰਾ ਹੁੰਦਾ ਘੀਗ, ਯਕੂਤ, ਮਰਜਾਨ, ਇਹਨਾਂ 4-5 ਨਾਲ ਮੋਤੀਆਂ ਦਾ, ਇਹਨਾਂ ਦੇ ਮੁਰੱਕਬ ਦਾ ਬਣਦਾ ਮੁਫਰਰਾ। ਅਰਕਾਂ ਹੀ ਮਾਰਨਾ ਪੈਂਦਾ, ਉਹ 'ਚ ਫਿਰ ਵਰਕ ਵੀ ਪੈਂਦੇ ਨੇ। ਇਹ ਨਵੀਆਂ ਜਿਹੜੀ ਚੀਜ਼ਾਂ ਦੱਸ ਇਹ ਅਸੀਂ ਵਰਤਦੇ ਹਾਂ ਮੇਰਾ ਭਰਾ, ਇਹ ਅਸੀਂ ਸਾਰੀਆਂ ਅਸੀਂ ਉਹ ਚੀਜ਼ਾਂ ਵਰਤਦੇ ਹਾਂ ਜਿਹੜੇ ਪੁਰਾਣੇ ਜ਼ਮਾਨੇ ਦੇ ਜਿਹੜੇ ਖਿਡਾਰੀ ਸਨ, ਜਿਹੜੇ ਸੌਖੇ ਖਿਡਾਰੀ ਸਨ ਰੁਪਈਏ ਵਾਲੇ, ਉਹ ਹੀ ਵਰਤਦੇ। ਹੁਣ ਮਾੜਾ ਬੰਦੇ ਦੀ ਤਾਂ ਬਸ ਦੀ ਗੱਲ ਹੀ ਨਹੀਂ। ਹਾਂ, ਹੁਣ ਵੀ ਜਿਹੜਾ ਕੋਈ ਅਮੀਰ ਵੀ ਹੈ, ਇੱਕ ਦੋ ਸੋਚੇਗਾ ਜ਼ਰੂਰ ਹੈ ਕੀ ਚੀਜ਼ਾਂ ਨੇ। ਮੋਤੀ ਵੀ ਇਹ ਵੀ ਦੁਨੀਆ ਮਾਰਦੀ ਹੈ, ਲੇਕਿਨ ਅਸੀਂ ਵੀ ਜੀ ਮੋਤੀ ਮਾਰਨੇ ਆ। ਬੈਰੀਨ ਦਾ ਤੇ ਬਸਰਾ ਦਾ ਮੋਤੀ ਸਭ ਤੋਂ ਚੰਗਾ ਮੋਤੀ, ਛੋਟਾ ਬਰੀਕ ਮੋਤੀ। ਯਾਰ ਸਾਡੇ ਇੱਥੇ ਕਿਹਾ ਜਾਂਦਾ ਕਿ ਨਹੀਂ ਸਹੀ ਮੋਤੀ, ਅਗਰ ਤੁਸੀਂ ਆਪ ਵੀ ਮਰਵਾਓਗੇ। ਇੱਥੇ ਨਹੀਂ ਸਹੀ, ਨਕਲੀ ਮੋਤੀ ਹੁੰਦੇ ਨੇ। ਤਸੱਲੀ ਉਹੀ ਹੁੰਦੀ ਜਿਹੜਾ ਬੰਦਾ ਆਪਣੇ ਹੱਥੀਂ ਕਰੇ ਤੇ ਜਿਹਨੂੰ ਪਤਾ ਹੋਵੇ ਚ ਪਾਉਣਾ ਕੀ ਹੈ। ਹੁਣ ਕੋਈ ਰੂਹ ਖੋੜੇ 'ਚ ਮਾਰਦਾ ਪਿਆ, ਕੋਈ ਗੁਲਾਬ ਦਾ ਪਾ ਰਿਹਾ, ਕੋਈ ਫਲਾਣਾ ਪਾ ਰਿਹਾ, ਕੋਈ। ਹੁਣ ਤੁਸੀਂ ਤਸਵੀਰ ਉਹਦੀ ਰੱਖਣੀ ਕਿ ਜੇ ਤੁਸੀਂ ਜੇਠ ਉਡਾਉਣਾ ਹੋਣਾ, ਜਿਹੜਾ 24 ਉੱਡਿਆ, ਇਹਦੇ 'ਚ ਤੁਸੀਂ ਖਾਲੀ ਗੁਲਾਬ ਦਾ ਪਾ ਲਓ ਜਾਂ ਰੂਹ ਖੋੜਾ ਪਾ ਲਓ, ਤੇ ਉਹਦੇ ਨਾਲ ਤਾਂ ਨਹੀਂ ਕੰਮ ਪੈਣਾ। ਉਹਨੂੰ ਠੰਡਾ ਹੀ ਕਰਨਾ, ਜੇ ਉਹਨੂੰ ਠੰਡੇ ਵਿੱਚ ਵਰਕ ਪਾਓਗੇ ਤੇ ਕੰਮ ਹੋਵੇਗਾ। ਤੇ ਇਹ ਬਹੁਤ ਜ਼ਰੂਰੀ ਹੈ, ਪਤਾ ਹੋਣਾ ਚਾਹੀਦਾ ਤੁਹਾਨੂੰ। ਉਸਤਾਦ ਆਸ਼ਕ ਦੀ ਮੁਲਾਕਾਤ ਹੋ ਗਈ, ਉਸਤਾਦ ਮੀਰ ਆਜ਼ਮ ਖਾਨ। ਉਸਤਾਦ ਦੂਸਰੇ ਕਿਹੜੇ ਉਹਨਾਂ ਦੇ ਭਾਈ ਸੀ, ਕਮਰ ਜ਼ਮਾਨ ਖਾਨ ਸਾਹਿਬ ਸ਼ਾਗਿਰਦ ਹੋ ਗਏ। ਹਾਂਜੀ, ਕਬੂਤਰ ਇੱਥੋਂ ਵੀ ਗਏ, ਉਹਨਾਂ ਦੇ ਆਪਣੇ ਵੀ ਸੀ। ਇੱਥੋਂ ਵੀ ਗਏ, ਉੱਥੋਂ ਵੀ ਗਏ, ਉਧਰੋਂ ਵੀ ਇੱਧਰ ਆਉਂਦੇ ਰਹੇ। ਉੱਥੇ ਜਾ ਕੇ ਸ਼ਾਮਾਂ ਪਵਾਈਆਂ। ਤੈਨੂੰ ਮੈਂ ਸਹੀ ਗੱਲ ਦੱਸਾਂ, ਜਿਸ ਕਬੂਤਰ ਤੋਂ ਪਿੱਪਲਾਂ ਵਾਲੇ ਕਬੂਤਰ ਚੱਲੇ ਨੇ, ਜਿਹੜਾ ਸਹੀ ਕਬੂਤਰ, ਜਿਹੜੀ ਸਹੀ ਜੈਨੂਅਨ ਸਟੋਰੀ, ਬੇਸ਼ੱਕ ਉਹ ਵੀ ਸਾਰੇ ਹਯਾਤ ਨੇ। ਅਮੀਰ ਆਜ਼ਮ ਖਾਨ ਸਾਹਿਬ, ਮਿਰਜ਼ਾ ਅਲਤਾਫ ਮਰਹੂਮ ਤੇ ਵਾਲਦ ਸਾਹਿਬ ਉਸਤਾਦ ਚੌਧਰੀ ਆਸ਼ਕ ਮਿਲ ਵਾਲੇ। ਮਿਰਜ਼ਾ ਅਲਤਾਫ ਤੇ ਅਮੀਰ ਆਜ਼ਮ ਖਾਨ ਸਾਹਿਬ ਆਏ ਨੇ ਘਰ, ਕਹਿੰਦੇ ਨੇ उस्ताद जी आज कबूतर ख़रीदना है जो दड़बी से ख़रीदना है, किसी से कबूतर नहीं ख़रीदना, और ऐसा कबूतर ख़रीदना है कि जो हमारे पास भी वैसा कबूतर ना हो। अबू कहते ने गड्डी कड्डी है, कसूर, लाहौर, दाता दरबार, सारियां दड़बियाँ फिरें कि तो कबूतर पसंद नहीं आया, सियालकोट चले गए हैं।
ਥੱਕ ਹਾਰ ਗਏ ਆ ਵੇਖ ਕੇ। ਮੈਂ ਤੁਹਾਨੂੰ ਮੁਖਤਸਰ ਸਟੋਰੀ ਸੁਣਾ ਕਹਿੰਦੇ ਇੱਕ ਪਾਨ वाले खोखे को खलो गए हैं, खोखे को खलोते तो मेरा उस्ताद जी यहाँ भी देख लिया। तो वो कहते इन्नी थावां फिर लियां जिथे कित्थों पसंद आने, खैर वेख लेने। लो जी वो बजुर्ग जेडे सही दुकान दड़बी वाले उन्होंने उत्ते भी छत ते कबूतर रखे सन, बालियां बूलियां खेड़ते सी। उन्होंने कहा उस्ताद जी एक दफ़ा उत्ते भी नज़र मार लो, शायद तुहानूं कोई पसंद आई होवे। इन्ना फिर थोड़ा जिहा कहंदे जो मैं आखिरी पौड़ी ते सां तो कबूतर साडी नज़र च आ गया। कबूतर वेख्या सामने नज़र आ गया। पहला असीं तिन्हां नूं साइड ते कीता, मिर्ज़ा अल्ताफ मिर्ज़ा पहला इहदे नाल सौदा मुकाउने आ ते फिर कबूतर को खिंदे नहीं, तेने कबूतर नहीं देना। उस टाइम 1000 रुपए का उन्होंने कहा तेनों 1000 रुपया देंगा, साडे नाल वादा कर कि तू सानू कबूतर देंगा। उस बंदे के ज़हन च सी इन्होंने पता नहीं केड़ा चुकना है, उन्हें वादा कर लिता। इन्होंने 1000 रुपया मीर आज़म खान साहब ने दिता हथ विच। कबूतर फड़िया, बंदा जड़ा है उत्थे हिल गया। उस्ताद जी है तो मेरा 5 साल तोड़दा पिया कबूतर जेड़ दियां बाजियां, लेकिन हुण मैं वादा कर बैठा वां, लेकिन कबूतर तुसीं कढिया है। ਕਿਹੜਾ ਕਬੂतर ਸੀ ਦੱਸਦੇ ही होणगे वाला साहब? वाल साहब कहते मोटा सिर सी, छोटी नोक सी उस कबूतर की, बटेरियां को दाग सी, लेकिन टुनिया शक्ल का कबूतर सी। बटेरा टुनिया जिवें दा कबूतर हुंदा है, मोटे सिर वाला कबूतर, छोटी नोक का कबूतर। ਅੱਖਾਂ ਕਿਹੋ ਜਿਹੀਆਂ ਸੀ? हल्की डोरेदार अख सी, साफ अख का कबूतर सी, साफ अख का, बिल्कुल जर्राद मामूली साइज दरमियाने साइज का। जोड़ हड्डी वगैरह वो तो फिर सारे परफेक्ट सन। तो जेड़ा भी उन अगलियां ने इन्ने रुपये भी उस टाइम 20-25 रुपए का कबूतर हुंदा सी। उस कबूतर की औलाद जिहड़ी है ना, फिर जो जाके उत्थे उड्डी है ना, उन्हें ना किया। उत्थों ही फिर सारे प्रवासी जिन्नी परवाज आई है ना, उस कबूतर के ब्लड चो आई है, तो या डोना के ब्लड चो आई है, या वो फैसलाबाद वाले डोना ने ना। हाँ जी, वो ब्लड चो आई है। एक मिनट स्टॉप करना। परवाज और डोना ब्लड तो आया ਜਿਹੜੇ ਫੈਸਲਾਬਾਦ ਆ ਫੈਸਲਾ ਡੋਨਾ ਤੇ ਜਾਂ ਇਸ ਕਬੂਤਰ ਦੇ ਵਿੱਚ ਨੇ ਟੈਡੀ ਟੂਡੀ ਵੀ ਪਏ ਨੇ ਕਿਤੇ ਨਾ ਕਿਤੇ। ਉਹਨਾਂ ਨੇ ਹੁਣ ਸਾਰੇ ਹੀ ਪਾਏ ਨੇ ਕਬੂਤਰ ਨੂੰ, ਨਾਸੀ ਵਾਲੇ ਵੀ ਪਾਏ, ਟੈਡੀ ਵੀ ਪਾਏ। ਮੇਰੇ ਵਾਲਦ ਸਾਹਿਬ ਦੇ ਜਿਹੜੇ ਤਾਲੁਕਾਤ ਸਨ ਨਾ, ਉਹ ਬੜੇ ਅੱਛੇ ਘਰਾਣਿਆਂ ਦੇ ਨਾਲ ਸਨ। ਉਸ ਟਾਈਮ ਮਾਲਦਾਰ ਸਾਮੀ ਸੀ, ਔਰ ਤਗੜੇ ਬੰਦੇ ਨੇ, ਤੁਹਾਨੂੰ ਪਤਾ ਹਰ ਬੰਦਾ ਹੀ। ਬਹੁ ਹਸਨ ਨਾਲ ਉਹਨਾਂ ਦੇ ਤਾਲੁਕਾਤ ਸਨ, ਨਾਸੀ ਵਾਲਿਆਂ ਨਾਲ। ਬਹੁ ਸ਼ਮਸ ਦੇ ਨਾਲ ਤਾਲੁਕਾਤ ਸਨ, ਉਸਤਾਦ ਫੀਏ ਦੇ ਨਾਲ ਤਾਲੁਕਾਤ ਸਨ। ਇੰਜ ਜਿਹੜੇ ਉਸ ਟਾਈਮ ਦੇ ਜਿਹੜੇ ਚੰਗੇ ਤਗੜੇ ਉਸਤਾਦ ਯਾਰ ਇੰਨੀ ਐਡਵਾਂਸ ਬੱਟ ਫੋਤ ਹੋ ਗਏ ਨੇ, ਇਹ ਬੜੇ ਅੱਬੂ ਦੇ ਵੱਡੀ ਸਨ। ਤੇ ਇਹ ਆਣਾ ਜਾਣਾ ਖਾਣਾ ਪੀਣਾ ਈਦਾਂ ਤੇ ਸਾਰਾ ਇਕੱਠਾ ਹੁੰਦਾ ਸੀ। ਤੁਹਾਡੇ ਵਾਲਾ ਸਾਹਿਬ ਨੇ ਬੜੀ ਮਹਿੰਗੀ ਕਬੂਤਰਬਾਜ਼ੀ ਕੀਤੀ, ਆਮ ਬੰਦੇ ਦੀ ਪਹੁੰਚ ਤੋਂ ਦੂਰ ਹੈ, ਬਹੁਤ ਹੀ ਤੋਂ ਦੂਰ ਕੀਤੀ। ਕਿੰਨੇ ਕੁ ਸਿੱਖੇਗਾ ਯਾਰ ਉਹਨਾਂ ਨੇ ਬਕੋਲ ਉਹਨਾਂ ਦੇ ਉਸਤਾਦ ਸਨ, ਉਸਤਾਦ ਅਨੈਸ ਸੁਨਿਆਰਾ ਸਲਾਮਤਪੁਰੇ ਜਿਹੜੇ ਹੁੰਦੇ ਸੀ, ਜਿਨ੍ਹਾਂ ਦਾ ਘਰੋਂ ਸਾਰਾ ਜ਼ੇਵਰ ਬਣ ਕੇ ਅਖਲਾਕ ਖਾਨ ਦੇ ਘਰ ਜਾਂਦਾ ਹੁੰਦਾ ਸੀ। ਠੀਕ ਹੈ, ਲੇਕਿਨ ਬਕੋਲ ਵਾਲਦ ਸਾਹਿਬ ਦੇ ਉਹ ਕਹਿੰਦੇ ਮੈਂ ਜਿਹੜਾ ਹੈ ਨਾ, ਮੇਰਾ ਹਕੀਮਾਂ ਦੇ ਨਾਲ ਵੀ ਬੜੇ ਤਾਲੁਕਾਤ ਸਨ, ਮੇਰੇ ਹੋਰ ਬੰਦਿਆਂ ਦੇ ਨਾਲ ਵੀ ਤਾਲੁਕਾਤ। ਮੈਨੂੰ ਕਿਤੋਂ ਕੋਈ ਚੀਜ਼ ਲੱਭੀ, ਕਿਤੋਂ ਕੁਛ, ਮੈਂ ਆਪਣੇ ਦਿਮਾਗ ਦੇ ਨਾਲ ਸੈਲਫ ਮੇਡ ਦਾਣਾ ਪਾਣੀ ਬਣਾਇਆ। ਆਹੋ ਦਾਣਾ ਪਾਣੀ, ਇੱਥੋਂ ਤੱਕ ਕਿ ਆਪਣੇ ਉਸਤਾਦ ਦੇ ਵੀ ਕਬੂਤਰ ਕਈ ਦਫਾ ਮੈਂ ਉਡਾ ਦਿੰਦਾ ਹੁੰਦਾ ਸਾਂ। ਅੱਛਾ, ਉਹਨਾਂ ਦੇ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਮੁਖਤਲਿਫ ਬੰਦਿਆਂ ਦੇ ਕੋਲੋਂ ਜਿਹੜਾ ਨਾ ਆਪਣਾ ਕੀਤੀਆਂ ਨੇ, ਕਲੈਕਟ ਕੀਤੀਆਂ, ਜ਼ੇਨ ਆਪਣਾ ਕਲੈਕਟ ਕੀਤੀਆਂ। ਜਿਵੇਂ ਹੁਣ ਅਸੀਂ ਆ YouTube ਦਾ ਦੌਰ ਹੈ, ਕੋਈ ਬੰਦਾ ਕੋਈ ਨੁਸਖਾ ਦੱਸ ਦਿੰਦਾ, ਕੋਈ ਚੀਜ਼ ਐਸੀ ਹੁੰਦੀ ਹੈ, ਬੱਚਾ ਵੀ ਕੋਈ ਐਸੀ ਚੀਜ਼ ਦੱਸ ਦਿੰਦਾ ਜੀ, ਬੰਦੇ ਜ਼ਹਿਨ ਦੀ ਕਲਿੱਕ ਕਰ ਲੈਂਦੀ। ਫਿਰ ਬੰਦੇ ਦਾ ਆਪਣਾ ਪ੍ਰੈਕਟੀਕਲ ਹੁੰਦਾ ਹੈ। ਤੁਸੀਂ ਜਿੰਨੀ ਦੇਰ ਤੱਕ ਲੈ ਲਵੋ, ਕਾਪੀ ਭਰ ਲਓ, ਫਾਇਦਾ ਕੋਈ ਨਹੀਂ। ਜਿੰਨੀ ਦੇਰ ਤੱਕ ਤੁਸੀਂ ਆਪ ਪ੍ਰੈਕਟੀਕਲ ਨਾ ਕਰੋਗੇ, ਤਜਰਬੇ ਨਾ ਕਰੋਗੇ, ਕਿਹੜੀ ਕਿੱਥੇ ਕੰਮ ਕਰਦਾ ਹੈ, ਕਿਹੜਾ ਚੀਜ਼ ਕਿੱਥੇ ਕੰਮ ਕਰਦੀ ਹੈ। ਲੇਟੈਸਟ ਇੰਟਰਵਿਊ ਜਿਹੜਾ ਅਕਮਲ ਖਾਨ ਸਾਹਿਬ ਦਾ ਆਇਆ, ਉਹਨਾਂ ਨੇ ਇਹ ਕਿਹਾ ਕਿ ਅਸੀਂ ਕਮਰ ਜ਼ਮਾਨ ਖਾਨ ਸਾਹਿਬ ਕੋ ਨਾ ਕਬੂਤਰ ਫੜ ਕੇ ਯਾਰ ਉਹਨਾਂ ਨੇ ਬਣਾਏ ਨੇ ਕਬੂਤਰ, ਉਹ ਆਮ ਮੰਨਦੇ ਨੇ। ਉਹ ਅਕਮਲ ਖਾਨ ਸਾਹਿਬ ਦੇ ਬਕੋਲ ਉਹਨਾਂ ਦਾ ਹੁਣ ਇੰਟਰਵਿਊ, ਉਹ ਮੰਨਦੇ ਨੇ ਜੇ ਕਿਸੇ ਖਿਡਾਰੀ ਨੂੰ ਤਾਂ ਕਮਰ ਜ਼ਮਾਨ ਖਾਨ ਨੂੰ ਮੰਨਦੇ ਨੇ। ਇਹ ਬੜੀ ਵੱਡੀ ਗੱਲ ਏ। ਤੇ ਤੁਹਾਡੇ ਵਾਲਦ ਸਾਹਿਬ ਦੇ ਹਾਂ, ਤੇ ਕਮਰ ਜ਼ਮਾਨ ਖਾਨ ਦਲੇਰ ਬੰਦਾ ਹੈ। ਉਹ ਖਾਲੀ ਕਬੂਤਰਬਾਜ਼ੀ ਨਹੀਂ, ਨੇਜ਼ਾਬਾਜ਼ੀ ਦਾ ਸਾਡੇ ਪੂਰੇ ਪਾਕਿਸਤਾਨ ਦਾ ਨਾਂ ਰੋਸ਼ਨ ਕਰਨ ਦੇ ਵਿੱਚ ਉਹਦਾ ਅਮਲ ਦਖਲ ਹੈ ਉਹਨਾਂ ਦਾ। ਔਰ ਉਹ ਸੁਪਰਸਟਾਰ ਨੇ ਸਾਡੇ ਲੈਜੈਂਡ। ਯਾਰ ਉਹਨਾਂ ਨੇ ਇੱਕ ਪਿੱਛੇ ਇਹ ਬੜਾ ਬਿਆਨ ਦਿੱਤਾ ਸੀ, ਬੜਾ ਲੋਕੀ ਵੀ ਉਹਦੇ ਤੇ ਰਿਐਕਟ ਕੀਤੇ ਸੀ। ਯਾਰ ਪਤਾ ਨਹੀਂ ਉਹ ਕਿਹੜੀ ਸੈਂਸ 'ਚ ਉਹਨਾਂ ਨੇ ਕਹਿਤਾ ਹੀ, ਤੁਹਾਨੂੰ ਇਹ ਕਹਿ ਦਿੱਤਾ ਹੈ ਕਿ ਜਿਹੜੇ ਪਿੱਪਲਾਂ ਵਾਲੇ ਕਬੂਤਰ ਨੇ ਨਾ, ਹੁਣ ਮੇਰੇ ਕੋਲ ਇਸਲਾਮਾਬਾਦ ਮੈਂ ਭਾਈਏ ਦੀ ਛੱਤ ਤੋਂ ਸ਼ੌਕ ਕਰਨਾ ਪਿਆ ਪਿਛਲੇ 6 ਸਾਲਾਂ ਤੋਂ। ਠੀਕ ਹੈ, ਕਿਹੜੀ ਛੱਤ?
ਚੌਧਰੀ ਆਮਰ ਪਿੰਡ ਰਾਂਝਾ ਹੂੰ ਮੇਰੇ ਭਾਈ ਨੇ, ਠੀਕ ਹੈ। ਉਹਨਾਂ ਦੀ ਛੱਤ ਤੋਂ ਸ਼ੌਕ ਕਰਨੇ ਪਏ। ਸਾਡੇ ਕੋਲ ਵੀ ਪਿੱਪਲਾਂ ਵਾਲੇ ਕਬੂਤਰ ਹੀ ਨੇ, ਠੀਕ ਹੈ, ਵਿੱਚ ਦੂਜੇ ਵੀ ਕਬੂਤਰ ਨੇ। ਉਹਨਾਂ ਦਾ ਮਕਸਦ ਇਹ ਹੈ ਕਿ ਜਿਹੜੀ ਇਹਨਾਂ ਦੇ ਵਿੱਚ ਜਿਹੜੀ ਛਾਤੀ ਜਿਹੜੀ ਹੈ ਨਾ ਕਬੂਤਰਾਂ ਦੀ ਚੌੜੀ ਹੈ। ਅੱਛਾ ਪਿੱਪਲਾਂ ਵਾਲਿਆਂ ਕਬੂਤਰਾਂ 'ਚ 2-3 ਕੁਆਲਿਟੀਆਂ ਜਿਹੜੀਆਂ ਦੂਜੇ ਕਬੂਤਰਾਂ 'ਚ ਨਹੀਂ ਹੈਗੀਆਂ। ਅੱਛਾ ਤੁਸੀਂ ਅਲੱਗ ਸਾਰਾ ਹੀ ਫਿਰੇ ਹੋ? ਫਿਰੇ ਆ ਸਾਡਾ ਹੀ। ਮੈਂ ਹਰ ਬੈਰੀਨ ਨੂੰ ਗਲਫ ਦੇ ਵਿੱਚ ਅਸੀਂ ਕਬੂਤਰ ਉਡਾਏ ਨੇ, ਤੇ ਉੱਥੇ ਤੇ ਇਹ ਕਬੂਤਰ ਨਹੀਂ ਹੈਗੇ। ਕੁਆਲਿਟੀਆਂ ਦਾ ਫਰਕ, ਉੱਥੇ ਟੈਡੀ ਗੋਲਡਨ ਜ਼ਿਆਦਾ ਚੱਲਦੇ। ਪਿੱਪਲਾਂ ਵਾਲੇ ਕਬੂਤਰ ਜਿਹੜੇ ਨੇ ਨਾ, ਇਹਨਾਂ ਦੀਆਂ ਛਾਤੀਆਂ ਵੱਡੀਆਂ ਨੇ। ਇਹਨਾਂ ਦੇ ਕੱਦ ਵੀ ਥੋੜੇ ਵੱਡੇ ਨੇ। ਉੜਦੇ ਉਹ ਹੀ ਨੇ ਜਿਹੜੀ ਇਹਨਾਂ ਦੀ ਬੰਤਰ ਚੰਗੀ ਹੈ, ਠੀਕ ਹੈ, ਜਿਨ੍ਹਾਂ ਦੇ ਪੁਆਇੰਟ ਵੀ ਪੂਰੇ ਨੇ ਤੇ ਜਿਹੜੇ ਖਾਨਦਾਨੀ ਨੇ, ਠੀਕ ਹੈ। ਛਾਤੀ ਵੱਡੀ ਹੈ, ਇਹਨਾਂ ਦੀ ਅੱਖਾਂ ਰੋਸ਼ਨ ਨੇ। ਇਹਨਾਂ ਦੀ ਸਭ ਤੋਂ ਵੱਡੀ